Hello. Good afternoon, everyone. So, my name is Arshdeep Singh, Assistant Professor, Meera Medical Institute of Nursing and Hospital, Lahore. So, today, from our college side, we are going to start the online classes on the live session. So, firstly, I want to make sure that so मैं पंजाबी च बोलदा ताकि सौखा रहेगा थोड़ा कन्वर्सेशन। हाँ जी, साਰਿਆਂ ਨੂੰ ਆਵਾਜ਼ ਆ ਰਹੀ ਹੈ ਸੋ ਕਮੈਂਟ ਦੇ ਵਿੱਚ ਮੈਨੂੰ ਦੱਸ ਦਿਓ ਵੀ ਮੇਰੀ ਸਾਊਂਡ ਹੈ ਜਿਹੜੀ ਉਹ ਬਿਲਕੁਲ ਕਲੀਅਰ ਆ ਰਹੀ ਹੈ ਸੋ ਮੈਨੂੰ ਪਤਾ ਲੱਗ ਸਕੇ ਤੇ ਆਪਾਂ ਕੰਟੀਨਿਊ ਕਰ ਸਕੇ। हाँ जी, ਮਹੀਪ ਆਵਾਜ਼ ਆ ਰਹੀ ਹੈ ਤਾਂ ਇੱਕ ਵਾਰੀ ਮੈਨੂੰ ਮੈਸੇਜ ਕਰ ਦਿਓ। हाँ जी, आवाज़ आ रही है साਰਿਆਂ ਨੂੰ? ਓਕੇ, ਸੋ ਆਪਾਂ ਸਟਾਰਟ ਕਰ ਰਹੇ ਹਾਂ ਜੀ। ਕਮਿਊਨਿਟੀ ਦਾ ਜਿਹੜਾ ਟੌਪਿਕ ਹੈ ਆਪਣਾ, ਸੋ ਦੈਟ ਇਜ਼ BSc ਤੇ GNM ਦਾ ਜਿਹੜਾ ਫਸਟ ਬੇਸਿਕ ਯੂਨਿਟ ਹੈ ਕਮਿਊਨਿਟੀ ਹੈਲਥ ਨਰਸਿੰਗ ਦੇ ਵਿੱਚ, ਉਹ ਹੁੰਦਾ ਹੈ ਇੰਟਰੋਡਕਸ਼ਨ। ਠੀਕ ਹੈ, ਸੋ ਫਸਟਲੀ ਆਪਾਂ ਇੰਟਰੋਡਿਊਸ ਕਰ ਰਹੇ ਹਾਂ ਕਮਿਊਨਿਟੀ ਨੂੰ। ਕਮਿਊਨਿਟੀ ਕੀ ਹੈ? ਸੋ ਮੈਂ ਇੱਥੋਂ ਸਟਾਰਟ ਕਰ ਰਿਹਾ। ਅੱਜ ਦੀ ਜਿਹੜੀ ਕਲਾਸ ਹੈ, ਸੈਸ਼ਨ ਹੈ, ਜਿਹੜਾ ਲਾਈਵ ਸੈਸ਼ਨ ਹੈ, ਸੋ ਮੈਂ ਸਟਾਰਟ ਕਰ ਰਿਹਾ। ਸੋ ਦੂਜਾ ਜਿਹੜਾ ਹੈ, ਜਲਦੀ ਤੋਂ ਜਲਦੀ ਤੁਸੀਂ ਜੁਆਇਨ ਕਰ ਲਓ ਤਾਂ ਕਿ ਆਪਾਂ ਜਿਹੜੀ ਹੈਗੀ ਕਲਾਸ ਅੱਗੇ ਕੰਟੀਨਿਊ ਕਰ ਸਕੀਏ। हाँ जी, सो फर्स्टली आप स्टार्ट कर रहे हैं फ्रॉम द डेफिनेशन, द इंट्रोडक्शन ऑफ द कम्युनिटी। की है कम्युनिटी है जी? सो बेसिकली कम्युनिटी की है, एक ग्रुप होंदा है, लोगों का एक ग्रुप आप कह सकते हैं। ठीक है, सो एक ग्रुप है जिहदे विच बहुत सारे लोग रहिंदे ने, एक स्पैसीफाइड जियोग्राफिकल एरिया दे विच रहिंदे ने, आपस दे विच गलबात करते हैं। सो अपने ਜਿਹੜੇ ਰਿਲੀਜੀਅਸ ਬਲੀਫਸ ਨੇ, ਵੈਲਿਊਜ਼ ਨੇ, ਉਹਨਾਂ ਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਸ਼ੇਅਰ ਕਰਦੇ ਨੇ। ਠੀਕ ਹੈ, ਸੋ ਉਸ ਜਿਹੜਾ ਗਰੁੱਪ ਹੈ ਇੱਕ ਤੋਂ ਜ਼ਿਆਦਾ ਲੋਕਾਂ ਦਾ, ਠੀਕ ਹੈ, ਸੋ ਉਹਨੂੰ ਜਿਹੜਾ ਹੈਗਾ ਆਪਾਂ ਕਮਿਊਨਿਟੀ ਕਹਿੰਦੇ ਹਾਂ। ਠੀਕ ਹੈ, ਸੋ ਕਮਿਊਨਿਟੀ ਕਈ ਵਾਰੀ ਜਿਹੜਾ ਹੈਗਾ ਇਹਨੂੰ ਥੋੜ੍ਹਾ ਜਿਹਾ ਕਨਫਿਊਜ਼ ਕਰ ਲਿੱਤਾ ਜਾਂਦਾ ਹੈ ਮੌਬ ਦੇ ਨਾਲ, ਭੀੜ ਦੇ ਨਾਲ। ਭੀੜ ਜਿਹੜੀ ਹੈ ਕਮਿਊਨਿਟੀ ਉਹਦੇ ਨਾਲੋਂ ਡਿਫਰੈਂਟ ਹੁੰਦੀ ਹੈ। ਕਿਉਂਕਿ ਜਿਹੜੀ ਕਮਿਊਨਿਟੀ ਹੈ, ਕਮਿਊਨਿਟੀ ਦਾ ਕੀ ਹੈ, ਇੱਕ ਸਪੈਸੀਫਾਈਡ ਗੋਲ ਹੁੰਦਾ ਹੈ। ਠੀਕ ਹੈ, ਭੀੜ ਦਾ ਕੋਈ ਗੋਲ ਨਹੀਂ ਹੁੰਦਾ। ਭੀੜ ਕੀ ਹੈ, ਇੱਕ ਲੋਕਾਂ ਦਾ ਇਕੱਠ ਹੁੰਦਾ ਹੈ। ਠੀਕ ਹੈ, ਸੋ ਉਹਦੇ ਵਿੱਚ ਕੀ ਹੈ, ਬਹੁਤ ਸਾਰੇ ਜਿਹੜੇ ਲੋਕ ਹੈਗੇ ਨੇ ਹੁੰਦੇ ਆ, ਪਰ ਉਹ ਆਪਸ 'ਚ ਇੱਕ ਦੂਜੇ ਨੂੰ ਜਾਣਦੇ ਨਹੀਂ ਹੁੰਦੇ। ਠੀਕ ਹੈ, ਦੂਜੀ ਗੱਲ ਇਹ ਹੈ ਕਿ ਉਹਦੇ ਵਿੱਚ ਲੋਕ ਆਪਸ ਦੇ ਵਿੱਚ ਕਿਸੇ ਇੱਕ ਆਬਜੈਕਟਿਵ ਵਾਸਤੇ ਇਕੱਠੇ ਨਹੀਂ ਹੁੰਦੇ। ਠੀਕ ਹੈ, ਬਟ ਕਮਿਊਨਿਟੀ ਹੈ ਜਿਹੜੀ, ਉਹਦੇ ਵਿੱਚ ਜਿਹੜੇ ਹੈਗੇ ਲੋਕ ਸਾਰੇ ਦੇ ਸਾਰੇ ਇਕੱਠੇ ਹੁੰਦੇ ਨੇ। ਠੀਕ ਹੈ, ਐਂਡ ਦੂਜੀ ਗੱਲ ਇਹ ਹੈ ਕਿ ਉਹਦੇ ਵਿੱਚ ਜਿਹੜੇ ਹੈਗੇ ਆ ਬਹੁਤ ਸਾਰੇ ਜਿਹੜੇ ਲੋਕ ਨੇ, ਠੀਕ ਹੈ, ਸਾਰੇ ਦੇ ਸਾਰੇ ਲੋਕ ਜਿਹੜੇ ਹੈਗੇ ਨੇ, ਠੀਕ ਹੈ, ਆਪਦੇ ਰਿਲੀਜੀਅਸ ਬਲੀਫਸ ਨੇ ਜਿਹੜੇ ਉਹ ਸ਼ੇਅਰ ਕਰਦੇ ਨੇ, ਆਪਦੇ ਕਲਚਰਲ ਵੈਲਿਊਜ਼ ਇੱਕ ਸਰਟਨ ਸਪੈਸੀਫਾਈਡ ਏਰੀਆ, ਜਿਓਗ੍ਰਾਫੀਕਲ ਏਰੀਆ ਦੇ ਵਿੱਚ ਰਹਿੰਦੇ ਨੇ। ਗਵਰਨਮੈਂਟ ਵੀ ਕਮਿਊਨਿਟੀ ਨੂੰ ਜਿਹੜੀ ਹੈਗੀ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ ਐਜ਼ ਅ ਹੋਲ, ਰਿਗਾਰਡਲੈਸ ਆਫ ਦੇਅਰ ਕਾਸਟ, ਰਿਲੀਜਨ, ਉਹਨਾਂ ਦਾ ਜਿਹੜਾ ਕਲਚਰਲ ਸਟੇਟਸ ਹੈ ਉਹ ਕੀ ਹੈ, ਉਹ ਇਕਨੋਮਿਕਲ ਸਟੇਟਸ ਉਹਨਾਂ ਦਾ ਕੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜਿਹੜੀ ਗਵਰਨਮੈਂਟ ਹੈ ਉਹ ਵੀ ਇਹਨਾਂ ਨੂੰ ਜਿਹੜੀ ਹੈਗੀ ਅੱਗੇ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ, ਰੈਦਰ ਕਿ ਹੈਲਥ ਸਰਵਿਸਿਜ਼ ਨੇ ਜਾਂ ਕਿਹੜੀ ਵੀ ਕਿਸੇ ਟਾਈਪ ਦੀਆਂ ਸਰਵਿਸਿਜ਼ ਹੈਗੀਆਂ। ਠੀਕ ਹੈ, ਸੋ ਫਸਟ ਆਪਾਂ ਡੈਫੀਨੇਸ਼ਨ ਇਹ ਸੀਗੀ ਛੋਟੀ ਜਿਹੀ ਇੰਟਰੋਡਕਸ਼ਨ, ਇੱਕ ਬਰੀਫ ਇੰਟਰੋਡਕਸ਼ਨ ਅਬਾਊਟ ਦ ਕਮਿਊਨਿਟੀ ਹੈਲਥ ਨਰਸਿੰਗ। ਠੀਕ ਹੈ, ਸੋ ਸੈਕਿੰਡ ਹੈ ਇਹਦੇ ਵਿੱਚ ਡੈਫੀਨੇਸ਼ਨਸ। ਠੀਕ ਹੈ, ਸੋ ਫਸਟ ਡੈਫੀਨੇਸ਼ਨ ਹੈ ਜਿਹੜੀ ਇਹਦੇ ਵਿੱਚ, a group of people living in the same place or having a particular characteristic in common,
ਠੀਕ ਹੈ। ਸੋ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਇੰਟਰੋਡਕਸ਼ਨ ਦੇ ਵਿੱਚ ਦੱਸਿਆ, ਡੈਫੀਨੇਸ਼ਨ ਵੀ ਇਹਦੀ ਇਹੀ ਹੈ ਕਿ ਇੱਕ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਰਹਿੰਦੇ ਨੇ, ਇੱਕ ਕਾਮਨ ਕਰੈਕਟਰਿਸਟਿਕ ਜਿਹੜੀ ਹੈਗੀ ਸ਼ੋਅ ਕਰਦੇ ਨੇ। ਉਹਨਾਂ ਦੇ ਕਾਮਨ ਜਿਹੜਾ ਹੈਗਾ ਗੋਲ ਹੁੰਦਾ ਕਿ ਆਪਸ ਦੇ ਵਿੱਚ ਰਹਿ ਕੇ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਕਰਕੇ, ਠੀਕ ਹੈ, ਰਿਹਾ ਜਾਵੇ ਅਤੇ ਸੋਸ਼ਲੀ ਜਿਹੜਾ ਹੈਗਾ ਇੱਕ ਡਾਇਮੈਂਸ਼ਨ ਜਿਹੜੀ ਹੈਗੀ ਹੈ ਉਹਨੂੰ ਵਧੀਆ ਬਣਾਇਆ ਜਾਵੇ। ਠੀਕ ਹੈ। ਨੈਕਸਟ, second definition है group of people living together and practicing common ownership। so second definition भी relate कर रही है फर्स्ट जी definition है ਉਹਦੇ ਨਾਲ कि बहुत सारे ਜਿਹੜੇ ਲੋਕ ਹੈਗੇ ਨੇ ਇਕੱਠੇ ਰਹਿੰਦੇ ਨੇ, common ownership ਜਿਹੜੀ ਹੈਗੀ ਹੈ, ਸਾਰੇ ਇੰਡੀਵਿਜੂਅਲੀ ਵੀ ਰਹਿੰਦੇ, ਆਪ ਦਾ ਜਿਹੜਾ ਹੈਗਾ ਫੈਮਿਲੀ ਹੈ ਉਹਨੂੰ ਜਿਹੜਾ ਹੈਗਾ ਡੀਲ ਕਰਦੇ ਨੇ, ਆਪਸ 'ਚ ਕਮਿਊਨੀਕੇਟ ਕਰਦੇ ਨੇ, ਆਪਦੀ ਫੈਮਿਲੀ ਦੀ ਜਿਹੜੀ ਹੈਗੀ ਹੈ ਕੇਅਰ ਕਰਦੇ ਨੇ, ਸੋ ਉਹਨੂੰ ਵੀ ਆਪਾਂ ਕਮਿਊਨਿਟੀ ਕਹਿੰਦੇ ਹਾਂ। ਦ ਥਰਡ ਡੈਫੀਨੇਸ਼ਨ ਤੁਸੀਂ ਨੋਟ ਵੀ ਕਰ ਸਕਦੇ ਹੋ ਥੋੜ੍ਹਾ ਜਿਹਾ, ਮੈਂ ਤੁਹਾਨੂੰ ਡੈਫੀਨੇਸ਼ਨਸ ਜਿਹੜੀਆਂ ਨੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿਆਂਗਾ। ਕਮਿਊਨਿਟੀ ਇਜ਼ ਅ ਸੋਸ਼ਲ ਗਰੁੱਪ ਡਿਟਰਮਾਈਨਡ ਬਾਏ ਜਿਓਗ੍ਰਾਫਿਕਲ ਏਰੀਆ ਔਰ ਦਾ ਜਿਓਗ੍ਰਾਫਿਕਲ ਬਾਊਂਡਰੀਜ਼ ਔਰ ਕਾਮਨ ਵੈਲਿਊਜ਼ ਐਂਡ ਇੰਟਰਸਟ। ਮੈਂ ਪਹਿਲਾਂ ਦੱਸਿਆ ਹੈ ਇੱਕ ਕਮਿਊਨਿਟੀ ਜਿਹੜੀ ਹੈਗੀ ਇੱਕ ਸਰਟਨ ਸਪੈਸੀਫਾਈਡ ਕਮਿਊਨਿਟੀ ਜਿਹੜੀ ਹੁੰਦੀ ਹੈ, ਠੀਕ ਹੈ। ਸੋ ਉਹਦੇ ਵਿੱਚ ਕੀ ਹੈਗੇ ਆ, ਲੋਕਾਂ ਦੀ ਜਿਹੜੀ ਬਾਊਂਡਰੀ ਆ ਫਿਕਸ ਹੁੰਦੀ ਹੈ। ਜਿਵੇਂ ਮੰਨ ਲਓ ਕਿਸੇ ਪਿੰਡ ਦੇ ਲੋਕ ਨੇ, ਸੋ ਉਹਨਾਂ ਨੂੰ ਇੱਕ ਕਮਿਊਨਿਟੀ ਕਾਊਂਟ ਕੀਤਾ ਜਾਏਗਾ। ਅਬੋਹਰ ਸ਼ਹਿਰ ਦੇ ਲੋਕ ਨੇ, ਉਹਨਾਂ ਨੂੰ ਇੱਕ ਕਮਿਊਨਿਟੀ ਕਾਊਂਟ ਕੀਤਾ ਜਾਏਗਾ। ਮਲੋਟ ਸ਼ਹਿਰ ਦੇ ਨੇ, ਅਲੱਗ-ਅਲੱਗ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਉਸ ਤਰੀਕੇ ਨਾਲ ਕਾਊਂਟ ਕੀਤਾ ਜਾਏਗਾ। ਠੀਕ ਹੈ। ਸੋ ਇਸ ਤਰੀਕੇ ਨਾਲ ਜਿਹੜੀ ਹੈਗੀਆਂ ਸਾਰੀਆਂ ਚੀਜ਼ਾਂ ਨੂੰ ਕਾਊਂਟ ਕਰਦੇ ਹੋਏ, ਠੀਕ ਹੈ, ਸੋ ਉਹਨਾਂ ਦਾ ਇੱਕ ਸਰਟਨ ਸਪੈਸੀਫਾਈਡ ਜਿਓਗ੍ਰਾਫੀਕਲ ਏਰੀਆ ਹੁੰਦਾ। ਠੀਕ ਹੈ। ਮੇਨਲੀ ਆਪਾਂ ਜਦੋਂ ਕਮਿਊਨਿਟੀ ਹੈਲਥ ਪੜ੍ਹਦੇ ਹਾਂ, ਸੋ ਉਹਦੇ ਵਿੱਚ ਬੇਸਿਕਲੀ ਆਪਾਂ ਕਮਿਊਨਿਟੀ ਇਸ ਕਰਕੇ ਪੜ੍ਹਦੇ ਹਾਂ ਤਾਂ ਕਿ ਜਿਹੜੇ ਲੋਕ ਆਪਾਂ ਨੂੰ ਇਹ ਪਤਾ ਲੱਗੇ ਵੀ ਜਿਹੜੀ ਗਵਰਨਮੈਂਟ ਹੈ, ਚਾਹੇ ਉਹ ਸਟੇਟ ਗਵਰਨਮੈਂਟ ਹੈ ਜਾਂ ਸੈਂਟਰਲ ਗਵਰਨਮੈਂਟ ਹੈ, ਉਹ ਕਿਸ ਤਰੀਕੇ ਨਾਲ ਲੋਕਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ। ਠੀਕ ਹੈ। ਸੋ ਇੱਕ ਕਮਿਊਨਿਟੀ ਨੂੰ ਲੈ ਕੇ ਹੀ ਲੋਕ ਪਤਾ ਲੱਗਦਾ, ਜਿਵੇਂ ਕਿ ਇੱਕ ਸਬ ਸੈਂਟਰ ਹੈ 3000 to 5000 ਪਾਪੂਲੇਸ਼ਨ ਨੂੰ ਕਵਰ ਕਰੇਗਾ। ਠੀਕ ਹੈ। ਇੱਕ PSC ਹੈ ਦੈਟ ਵਿਲ ਕਵਰ 20,000 to 30,000 population in an area, and a CSC that is community health center will cover a population of near about 80,000 to 1,20,000 population। ਠੀਕ ਹੈ। ਸੋ ਇਸ ਤਰੀਕੇ ਨਾਲ ਜਿਹੜਾ ਹੈਗਾ ਅਲੱਗ-ਅਲੱਗ ਕਮਿਊਨਿਟੀ ਵਾਈਜ਼ ਜਿਹੜਾ ਹੈਗਾ ਉਹਨਾਂ ਨੂੰ ਕਮਿਊਨਿਟੀ ਦੇ ਵਿੱਚ ਰੱਖ ਕੇ, ਠੀਕ ਹੈ, ਅਤੇ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ। ਇੱਕ ਸਟ੍ਰੈਟੇਜਿਕ ਇਨਵਾਇਰਮੈਂਟ ਬਣਾ ਲਿੱਤਾ ਜਾਂਦਾ ਹੈ ਜਿਹਦੇ ਵਿੱਚ ਗਵਰਨਮੈਂਟ ਜਿਹੜੀ ਸਰਵਿਸਿਜ਼ ਪ੍ਰੋਵਾਈਡ ਕਰ ਸਕਦੀ ਹੈ। ਸੋ ਇਸੇ ਕਰਕੇ ਇੱਕ ਸਬਜੈਕਟ ਬਣਿਆ ਹੋਇਆ ਦੈਟ ਇਜ਼ ਕਮਿਊਨਿਟੀ ਹੈਲਥ। ਠੀਕ ਹੈ। ਸੋ ਕਮਿਊਨਿਟੀ ਜਿਹੜੀ ਹੈ ਲੋਕ ਹੁੰਦੇ ਨੇ, ਠੀਕ ਹੈ। ਕਮਿਊਨਿਟੀ ਹੈਲਥ ਹੈ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਹੈਲਥ ਸਟੇਟਸ ਨੂੰ ਮੈਨੇਜ ਕਰਨਾ। ਐਂਡ ਕਮਿਊਨਿਟੀ ਹੈਲਥ ਦੇ ਨਾਲ ਜੇ ਨਰਸਿੰਗ ਨੂੰ ਆਪਾਂ ਜੇ ਆਪਾਂ ਜੋੜ ਦਿੰਦੇ ਹਾਂ ਤਾਂ ਉਹ ਬਣ ਜਾਂਦਾ ਕਮਿਊਨਿਟੀ ਹੈਲਥ ਨਰਸਿੰਗ। ਠੀਕ ਹੈ। ਸੋ ਨਰਸਿੰਗ ਦੇ ਵਿੱਚ ਕੀ ਹੈ, ਮਤਲਬ ਕਮਿਊਨਿਟੀ ਉੱਥੋਂ ਦੇ ਰਹਿਣ ਵਾਲੇ ਲੋਕ, ਕਮਿਊਨਿਟੀ ਹੈਲਥ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਹੈਲਥ ਸਟੇਟਸ ਨੂੰ ਮੈਨੇਜ ਕਰਨ ਵਾਸਤੇ ਜਿਹੜੀਆਂ ਨਰਸਿੰਗ ਸਰਵਿਸਿਜ਼ ਆਪਾਂ ਇੰਪਲੀਮੈਂਟ ਕਰਦੇ ਹਾਂ, ਦੈਟ ਸਬਜੈਕਟ ਔਰ ਦੈਟ ਏਰੀਆ ਇਜ਼ ਨੋਨ ਐਜ਼ ਕਮਿਊਨਿਟੀ ਹੈਲਥ ਨਰਸਿੰਗ। ਠੀਕ ਹੈ। ਸੋ ਫੋਰਥ ਡੈਫੀਨੇਸ਼ਨ ਕਮਿਊਨਿਟੀ ਦੀ ਹੈ as a group of people who, regardless of the diversity of their backgrounds, has been able to accept and transcend their differences, enabling them to communicate effectively and openly and to work together towards goals identified as being for their common good। ਠੀਕ ਹੈ। ਸੋ ਇਹਦੇ ਵਿੱਚ ਕੀ ਕਮਿਊਨਿਟੀ ਜਿਹੜੀ ਹੈਗੀ ਹੈ ਸਭ ਤੋਂ ਵਧੀਆ ਤਰੀਕੇ ਨਾਲ ਇਸੇ ਤਰੀਕੇ ਨਾਲ ਡਿਫਾਈਨ ਕੀਤੀ ਜਾਂਦੀ ਹੈ, ਰਿਗਾਰਡਲੈਸ ਵੀ ਉਹਨਾਂ ਦਾ ਬੈਕਗਰਾਊਂਡ ਕਿਹੋ ਜਿਹਾ ਹੈ, ਇਕਨੋਮਿਕਲ ਬੈਕਗਰਾਊਂਡ ਕਿਹੋ ਜਿਹਾ ਹੈ, ਉਹਨਾਂ ਦਾ ਕਲਚਰਲ ਬੈਕਗਰਾਊਂਡ ਕਿਹੋ ਜਿਹਾ ਹੈ, ਉਹਨਾਂ ਦਾ ਐਜੂਕੇਸ਼ਨਲ ਬੈਕਗਰਾਊਂਡ ਕਿਹੋ ਜਿਹਾ ਹੈ, ਰਿਗਾਰਡਲੈਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜਿਹੜੀ ਹੈਗੀ ਹੈ ਉਹਨਾਂ ਨੂੰ ਕੇਅਰ ਜਿਹੜੀ ਹੈ ਪ੍ਰੋਵਾਈਡ ਕੀਤੀ ਜਾਂਦੀ ਹੈ। ਠੀਕ ਹੈ। ਅਤੇ ਇੱਕ ਕਮਿਊਨਿਟੀ ਜਿਹੜੀ ਹੈਗੀ ਹੈ ਬਣਦੀ ਹੈ। ਠੀਕ ਹੈ। ਨੈਕਸਟ ਇਜ਼ ਦਾ ਹੈਲਥ। ਸੋ ਇੱਥੋਂ ਤੱਕ ਆਪਾਂ ਕੀਤਾ ਹੈ ਕਮਿਊਨਿਟੀ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਕੀ ਹੈ, ਕਮਿਊਨਿਟੀ ਆਪਾਂ ਕਿਹਨੂੰ ਕਹਿੰਦੇ ਹਾਂ, ਕਮਿਊਨਿਟੀ ਕੀ ਚੀਜ਼ ਹੈ। ਨੈਕਸਟ ਇਜ਼ ਹੈਲਥ। ਸੋ ਹੈਲਥ ਦੇ ਵਿੱਚ ਆ ਜਾਂਦਾ ਹੈ ਇਜ਼ ਡਿਫਾਈਨਡ ਐਜ਼ ਦ broader sense ਜਿਹੜੀ ਕਿ WHO ਦੀ ਡੈਫੀਨੇਸ਼ਨ ਹੈ, state of complete physical, mental and social well-being and not merely the absence of any disease or infirmity। ठीक है। so complete physical, mental and social well-being ਆ ਜਾਂਦੀ ਹੈ। ਠੀਕ ਹੈ। ਇਹਦੇ ਵਿੱਚ ਜਿਹੜੀ ਹੈਗੀ ਆ ਤਿੰਨ ਇਹਦੇ ਵਿੱਚ ਡਿਫਾਈਨ ਕੀਤੀਆਂ ਹੋਈਆਂ ਜਿਹੜੀਆਂ ਸਟੇਟਸ ਨੇ। ਫਿਜ਼ੀਕਲ ਸਟੇਟ ਉਹ ਹੈ ਜਦੋਂ ਬਾਡੀ ਦੇ ਸਾਰੇ ਫਿਜ਼ੀਕਲ ਜਿਹੜੇ ਕੰਪੋਨੈਂਟਸ ਨੇ, ਜਿਵੇਂ ਕਿ ਬਲੱਡ ਹੈ ਬਾਡੀ ਦਾ, ਠੀਕ ਹੈ, TPR ਆਪਾਂ ਕਹਿ ਦਿੰਦੇ ਟੈਂਪਰੇਚਰ, ਪਲਸ, ਰੈਸਪੀਰੇਸ਼ਨ ਨੇ, ਔਰ ਨਾਰਮਲ ਸਟੇਟ ਦੇ ਵਿੱਚ ਨੇ। ਮੈਂਟਲ ਸਟੇਟਸ ਹੈ ਜਿਹੜੀ ਮੈਂਟਲ ਡਾਇਮੈਂਸ਼ਨ ਹੈ ਨਾਰਮਲ ਸਟੇਟ ਦੇ ਵਿੱਚ ਹੈ। ਸੋਸ਼ਲ ਜਿਹੜੀ ਸਟੇਟ ਹੈ ਉਹ ਜਿਹੜੀ ਨਾਰਮਲ ਜਿਹੜੀ ਹੈਗੀ ਆ ਸਟੇਟ ਦੇ ਵਿੱਚ ਹੈ। ਤਾਂ ਉਸ ਟਾਈਮ ਦੇ ਵਿੱਚ ਪਰਸਨ ਨੂੰ ਇਹ ਕਾਊਂਟ ਕੀਤਾ ਜਾਂਦਾ ਵੀ ਜਦੋਂ ਇਹਨਾਂ ਦੇ ਵਿੱਚ ਕੋਈ ਡਿਸਇਕੁਇਲਿਬਰੀਅਮ ਨਹੀਂ ਹੈ ਇਹਨਾਂ ਡਾਇਮੈਂਸ਼ਨਸ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਇਕੁਇਲਿਬਰੀਅਮ ਦੇ ਵਿੱਚ ਹੈ, ਤਾਂ ਉਦੋਂ ਉਸ ਟਾਈਮ 'ਚ ਜਾ ਕੇ ਆਪਾਂ ਜਿਹੜਾ ਹੈਗਾ ਪਰਸਨ ਨੂੰ ਹੈਲਦੀ ਕਾਊਂਟ ਕਰਦੇ ਹਾਂ। ਅਦਰਵਾਈਜ਼ ਕੋਈ ਵੀ ਇਹਨਾਂ ਦੇ ਵਿੱਚ ਇੱਕ ਡਾਇਮੈਂਸ਼ਨ ਦੇ ਵਿੱਚ ਵੀ ਡਿਸਇਕੁਇਲਿਬਰੀਅਮ ਹੈ ਤਾਂ ਉਹਨੂੰ ਆਪਾਂ ਕਾਊਂਟ ਕਰਦੇ ਹਾਂ ਅਨਹੈਲਦੀ ਪਰਸਨ। ਠੀਕ ਹੈ।
ਇਲ ਤੋਂ ਪਹਿਲਾਂ ਅਨਹੈਲਦੀ ਕਾਊਂਟ ਕੀਤਾ ਜਾਂਦਾ। ਅਨਹੈਲਦੀ ਇਜ਼ ਦ ਵਰਡ that is used for the person who has any type of disequilibrium in any of the dimension of the health. So WHO ਦੀ definition है, ठीक है। नेक्स्ट है कम्यूनिटी हेल्थ नर्सिंग की चीज़। सो कम्यूनिटी हेल्थ नर्सिंग है जिहड़ा ਜਦੋਂ कम्यूनिटी ਦੀ ਹੈਲਥ ਨੂੰ ਆਪਾਂ ਅੱਗੇ ਜਿਹੜਾ ਹੈਗਾ ਮੇਨਟੇਨ ਕਰਨ ਵਾਸਤੇ ਨਰਸਿੰਗ ਸਰਵਿਸਿਜ਼ ਜਾਂ ਪ੍ਰੋਸੀਜਰ ਉਸ ਦੇ ਵਿੱਚ ਐਡ ਕਰ ਦਿੰਦੇ ਹਾਂ, ਠੀਕ ਹੈ। ਸੋ ਜਿਵੇਂ ਕਿ ਮੰਨ ਲਓ ਇੱਕ ਕਮਿਊਨਿਟੀ ਦੇ ਏਰੀਆ ਦੇ ਵਿੱਚ ਤੁਸੀਂ ਸਰਵੇ ਕਰ ਰਹੇ ਹੋ ਲੋਕਾਂ ਦਾ, ਉੱਥੇ MMR ਫਾਈਂਡ ਆਊਟ ਕਰ ਰਹੇ। MMR ਇਜ਼ ਮੈਟਰਨਲ ਮੋਰਬਿਡਿਟੀ ਰੇਟ, ਮੈਟਰਨਲ ਮੋਰਟੈਲਿਟੀ ਰੇਟ, ਠੀਕ ਹੈ। ਡੈਥ ਰੇਟ ਫਾਈਂਡ ਆਊਟ ਕਰ ਰਹੇ ਹੋ, ਬਰਥ ਰੇਟ ਕਰ ਰਹੇ ਹੋ, ਜਿਵੇਂ ਕਿ ਨੋਰਮਲੀ ਜਿਹੜੇ ਕਮਿਊਨਿਟੀ ਸਟੂਡੈਂਟਸ ਨੇ ਨਰਸਿੰਗ ਦੇ ਉਹ ਕਰਦੇ ਨੇ, ਜਾ ਕੇ ਘਰ ਦੇ ਵਿੱਚ ਜਾਂਦੇ ਨੇ, ਲੋਕਾਂ ਦਾ ਜਿਹੜਾ ਹੈਲਥ ਸਟੇਟਸ ਉਹਨੂੰ ਚੈੱਕ ਕਰਦੇ ਨੇ, ਠੀਕ ਹੈ। ਸੋ ਉਹਦੇ ਵਿੱਚ ਜਿਹੜਾ ਹੈਗਾ ਜਦੋਂ ਨਰਸਿੰਗ ਦੀਆਂ ਸਰਵਿਸਿਜ਼ ਆਪਾਂ ਕਮਿਊਨਿਟੀ ਦੀ ਹੈਲਥ ਨੂੰ ਮੇਨਟੇਨ ਕਰਨ ਵਾਸਤੇ ਜੋੜ ਦਿੰਦੇ ਹਾਂ ਤਾਂ ਉਹ ਜਿਹੜਾ ਹੈਗਾ ਏਰੀਆ ਜਾਂ ਉਹ ਜਿਹੜਾ ਸਬਜੈਕਟ ਬਣ ਜਾਂਦਾ ਹੈ ਕਮਿਊਨਿਟੀ ਹੈਲਥ ਨਰਸਿੰਗ, ਐਂਡ ਦੈਟ ਇਜ਼ ਦ ਮੇਨ ਡੈਫੀਨੇਸ਼ਨ ਆਫ ਆਵਰ subject, that is community health nursing. So according to ANA, its definition in 1983 is the synthesis of the nursing practice and public health practice applied to promoting and preserving the health of the populations and the practice in general and comprehensive, ठीक है। सो ਇਹਦੇ ਵਿੱਚ ਜਿਹੜਾ ਹੈਗਾ ਪਬਲਿਕ ਹੈਲਥ ਨਰਸਿੰਗ ਦੇ ਵਿੱਚ ਸਾਰੀਆਂ ਪ੍ਰੈਕਟਿਸਿਸ ਉਹ ਜਿਹੜੀਆਂ ਨਰਸਿੰਗ ਦੇ ਵਿੱਚ ਨੇ ਕਮਿਊਨਿਟੀ ਦੀ ਹੈਲਥ ਨੂੰ ਆਪਾਂ ਮੇਨਟੇਨ ਕਰਨ ਵਾਸਤੇ, ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਹੈਲਥ ਨੂੰ ਮੇਨਟੇਨ ਕਰਨ ਵਾਸਤੇ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਚਲਾਉਂਦੇ ਹਾਂ, ਠੀਕ ਹੈ। ਸੋ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਅੱਗੇ ਆਪਾਂ ਨਰਸਿੰਗ ਸਰਵਿਸਿਜ਼ ਦਿੰਦੇ ਹਾਂ ਲੋਕਾਂ ਦੀ ਹੈਲਥ ਨੂੰ ਪ੍ਰਮੋਟ ਕਰਨ ਵਾਸਤੇ, ਸੋ ਉਹਨੂੰ ਬੋਲਦੇ ਆ ਕਮਿਊਨਿਟੀ ਹੈਲਥ ਨਰਸਿੰਗ, ਠੀਕ ਹੈ। ਨੈਕਸਟ ਇਜ਼ ਕੰਸੈਪਟ ਆਫ ਹੈਲਥ ਐਂਡ ਡਿਜ਼ੀਜ਼। ਸੋ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ ਕੰਸੈਪਟ ਆਫ ਹੈਲਥ ਐਂਡ ਡਿਜ਼ੀਜ਼ ਹੈ ਜਿਹੜਾ, ਠੀਕ ਹੈ। ਸੋ ਇਹਦੇ ਵਿੱਚ ਜਿਹੜਾ ਹੈਗਾ ਆ ਜਾਂਦਾ ਹੈਲਥ ਜਿਹੜੀ ਹੈਗੀ ਫਸਟਲੀ ਡਿਫਾਈਨ ਕੀਤਾ ਜਾਂਦਾ ਕੰਸੈਪਟ ਜਿਹੜਾ ਹੈਲਥ ਅਤੇ ਡਿਜ਼ੀਜ਼ ਦਾ ਬਹੁਤ ਹੀ ਇੱਕ ਇੰਪੋਰਟੈਂਟ ਅਤੇ ਪੋਪੂਲਰ ਟੌਪਿਕ ਕਾਊਂਟ ਕੀਤਾ ਜਾਂਦਾ, ਕਿਉਂਕਿ ਦੋ ਹੀ ਚੀਜ਼ਾਂ ਨੇ। ਬਾਡੀ ਜਿਹੜੀ ਹੈਗੀ ਉਹਦੇ 'ਤੇ ਦੋ ਹੀ ਚੀਜ਼ਾਂ ਹੁੰਦੀਆਂ, ਜਾਂ ਤਾਂ ਪਰਸਨ ਹੈਲਦੀ ਹੁੰਦਾ ਜਾਂ ਪਰਸਨ ਅਨਹੈਲਦੀ ਹੁੰਦਾ, ਮਤਲਬ ਕਿ ਉਹਦੀ ਕੰਡੀਸ਼ਨ ਡਿਜ਼ੀਜ਼ ਦੀ ਹੋ ਜਾਂਦੀ ਹੈ। ਸੋ ਥੋੜ੍ਹਾ ਜਿਹਾ ਮੈਂ ਇਹਦੇ ਬਾਰੇ ਤੁਹਾਨੂੰ ਬਰੀਫ ਦੱਸ ਦਿੰਦਾ ਵੀ ਜਦੋਂ ਮੈਡੀਕਲ ਸਾਇੰਸਿਸ ਇੰਨੀਆਂ ਜਿਹੜੀਆਂ ਹੈਗੀਆਂ ਐਡਵਾਂਸ ਨਹੀਂ ਸੀਗੀਆਂ, ਆਯੁਰਵੇਦ ਆਪਣੇ ਕੋਲ ਸੀਗਾ। ਸੋ ਆਯੁਰਵੇਦ ਜਿਹੜਾ ਹੈਗਾ ਉਹਨੇ ਵੀ ਆਪਦੀ ਡੈਫੀਨੇਸ਼ਨਸ ਦੇ ਵਿੱਚ ਜਦੋਂ ਆਯੁਰਵੇਦ ਆਪਾਂ ਪੜ੍ਹਦੇ ਹਾਂ ਸੋ ਉਹਦੇ ਵਿੱਚ ਵੀ ਇਹੀ ਲਿਖਿਆ ਹੋਇਆ ਵੀ ਜਿਹੜੀ ਬਾਡੀ ਹੈ ਉਹਦੇ ਵਿੱਚ ਦੋਸ਼ਾਸ, ਧਾਤੂਸ, ਮਾਲਾਜ਼ ਹੁੰਦੀਆਂ ਨੇ, ਜਿਨ੍ਹਾਂ ਨੂੰ ਅੱਜ ਆਪਾਂ ਅੱਗੇ ਜਾ ਕੇ ਬਰੋਡ ਸੈਂਸ ਦੇ ਵਿੱਚ ਆਪਾਂ ਡਾਇਮੈਂਸ਼ਨਸ ਨਾਲ ਜੋੜ ਦਿੰਦੇ ਹਾਂ। ਆਪਣੇ ਬਾਡੀ ਦੀ ਜਿਹੜੀਆਂ ਕੰਸਨਟ੍ਰੇਸ਼ਨਸ ਨੇ ਬਲੱਡ ਦੀਆਂ, ਸੀਰਮ ਦੀਆਂ, ਉਹਦੇ ਨਾਲ ਜੋੜ ਦਿੰਦੇ ਹਾਂ। ਇਹ ਆਯੁਰਵੇਦ ਤੋਂ ਹੀ ਅੱਗੇ ਚੱਲੀਆਂ ਹੋਈਆਂ ਚੀਜ਼ਾਂ ਨੇ, ਕੁਛ ਜਿਹੜੀਆਂ ਅੱਜ ਕੱਲ੍ਹ ਦੀ ਮਾਡਰਨ ਟੈਕਨੋਲੋਜੀ ਨਾਲ ਡਿਵੈਲਪ ਹੋਈਆਂ ਹੋਈਆਂ ਚੀਜ਼ਾਂ, ਠੀਕ ਹੈ ਨੇ। ਸੋ ਅੱਜ ਦਾ ਕੰਸੈਪਟ ਜਿਹੜਾ ਹੈਲਥ ਐਂਡ ਡਿਜ਼ੀਜ਼ ਦਾ ਇਹ ਅੱਜ ਤਾਂ ਨਹੀਂ ਹੈ, ਅੱਜ ਸਿਰਫ ਇਹਨੂੰ ਮਾਡਰਨਾਈਜ਼ ਕੀਤਾ ਗਿਆ ਹੈ। ਇਹ ਬਹੁਤ ਪੁਰਾਣਾ ਜਿਹੜਾ ਕੰਸੈਪਟ ਚੱਲਦਾ ਆ ਰਿਹਾ, ਠੀਕ ਹੈ। ਸੋ ਜਿਹੜੇ ਫਸਟ ਈਅਰ ਦੇ ਸਟੂਡੈਂਟਸ ਨੇ ਕਿਸੇ ਵੀ ਕਲਾਸ 'ਤੇ ਉਹਨਾਂ ਵਾਸਤੇ ਵੀ ਥੋੜ੍ਹੀ ਨੌਲੇਜ ਮੈਂ ਦੱਸ ਰਿਹਾ ਹਾਂ ਬਰੀਫ ਦੇ ਵਿੱਚ, ਠੀਕ ਹੈ। ਕਿਉਂਕਿ ਜਿਹੜਾ ਮੈਂ ਲੈਕਚਰ ਦੇ ਰਿਹਾ ਇਹ ਫਸਟ ਈਅਰ ਦੇ ਸਟੂਡੈਂਟਸ ਜਾਂ ਸੈਕੰਡ ਈਅਰ ਜਾਂ ਫੋਰਥ ਈਅਰ ਕਿਸੇ ਵੀ ਕਲਾਸ ਦੇ ਸਟੂਡੈਂਟਸ ਨਰਸਿੰਗ ਦੇ ਨੇ, ਸੋ ਉਹਨਾਂ ਵਾਸਤੇ ਪੋਸਟ ਬੇਸਿਕ ਸੈਕੰਡ ਈਅਰ ਦੇ ਸਟੂਡੈਂਟਸ ਨੇ, ਸਾਰਿਆਂ ਵਾਸਤੇ ਇਨ ਜਨਰਲੀ ਨੌਲੇਜ ਹੈ, ਠੀਕ ਹੈ। ਸੋ ਕੰਸੈਪਟ ਕੀ ਹੈ ਹੈਲਥ ਐਂਡ ਡਿਜ਼ੀਜ਼ ਦਾ? ਪਹਿਲਾਂ ਕੀ ਕਾਊਂਟ ਕੀਤਾ ਜਾਂਦਾ ਸੀਗਾ ਕਿ ਜਿਹੜੀ ਹੈਲਥ ਹੈ ਜਾਂ ਡਿਜ਼ੀਜ਼ ਹੈ, ਹੈਲਥ ਜਿਹੜੀ ਹੈ ਉਹ ਇਹ ਕਾਊਂਟ ਕੀਤਾ ਜਾਂਦਾ ਸੀ, ਜਾਂ ਡਿਜ਼ੀਜ਼ ਆਪਾਂ ਇਹ ਦੇਖ ਲੈਂਦੇ ਹਾਂ ਵੀ ਜਿਹੜੀ ਡਿਜ਼ੀਜ਼ ਹੈ ਉਹ ਇਹ ਚੀਜ਼ ਮੰਨ ਲਿੱਤੀ ਜਾਂਦੀ ਸੀ ਜਿੰਨੀ ਤੁਹਾਡੀ ਲਾਈਫ ਪਹਿਲਾਂ ਇਹ ਕਾਊਂਟ ਕਰਦੇ ਸੀ ਵੀ ਲਗਜ਼ਰੀਅਸ ਲਾਈਫ ਤੁਸੀਂ ਜਿਉਂਦੇ ਹੋ, ਠੀਕ ਹੈ। ਸੋ ਓਨਾ ਹੀ ਤੁਸੀਂ ਅਨਹੈਲਦੀ ਰਹੋਗੇ। ਸੋ ਉਹ ਅੱਜ ਗੱਲ ਜਿਹੜੀ ਪੁਰਾਣੀ ਆਪਾਂ ਬਿਲੀਵ ਕਰਦੇ ਸੀ ਉਹ ਅੱਜ ਠੀਕ ਹੋ ਗਈ ਹੈ, ਕਿਉਂਕਿ ਜੇ ਮੰਨ ਲਓ ਤੁਹਾਡੀ ਫਿਜ਼ੀਕਲ ਮੋਬਿਲਿਟੀ ਬਹੁਤ ਘੱਟ ਹੈ, ਅੱਜ ਕੱਲ੍ਹ ਜਿਵੇਂ ਐਡਵਾਂਸ ਟੈਕਨੋਲੋਜੀ ਸਾਰੀਆਂ ਹੋ ਗਈਆਂ ਨੇ, ਆਪਾਂ ਨੂੰ ਕਿਤੇ ਆਉਣ ਜਾਣ ਵਾਸਤੇ ਵੀ ਆਪਣੇ ਕੋਲ ਵਹੀਕਲਸ ਅਵੇਲੇਬਲ ਨੇ। ਸੋ ਇਹੀ ਰੀਜ਼ਨ ਹੈ ਆਪਣੀ ਲਗਜ਼ਰੀਅਸ ਲਾਈਫ ਹੋ ਗਈ ਹੈ। ਪਹਿਲਾਂ ਜਿਹੜਾ ਪੈਦਲ ਚੱਲ ਰਿਹਾ ਸੀ ਪਰਸਨ, ਉਹ ਅੱਜ ਜਿਹੜਾ ਬਾਈਕ 'ਤੇ, ਕਾਰ 'ਤੇ ਜਾਂਦਾ ਹੈ। ਸੋ ਆਪਣੀ ਫਿਜ਼ੀਕਲ ਮੋਬਿਲਿਟੀ ਡਿਕਰੀਜ਼ ਹੋ ਗਈ ਹੈ, ਬਾਡੀ ਦੀ ਔਰਗਨਸ ਦੀ ਮੂਵਮੈਂਟ ਜਿਹੜੀ ਹੈ ਉਹ ਘੱਟ ਗਈ ਹੈ। ਸੋ ਇਸੇ ਕਰਕੇ ਅੱਜ ਜਿਹੜੇ ਪਰਸਨਸ ਨੇ, ਇੰਡੀਵਿਜੂਅਲਸ ਨੇ, ਉਹਨਾਂ ਨੂੰ ਬਹੁਤ ਸਾਰੀਆਂ ਜਿਹੜੇ ਪ੍ਰੋਬਲਮਸ ਹੈ ਉਹਨਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੈ, ਠੀਕ ਹੈ। ਸੋ ਇਹ ਜਿਹੜਾ ਡਿਜ਼ੀਜ਼ ਦਾ ਕੰਸੈਪਟ ਸੀਗਾ, ਹੈਲਥ ਵੀ ਉਹਦੇ ਨਾਲ ਹੀ ਜਿੰਨਾ ਆਪਦੇ ਆਪ ਨੂੰ ਤੁਸੀਂ ਜਿਹੜਾ ਹੈਗਾ ਫਿਜ਼ੀਕਲ ਮੋਬਿਲਿਟੀ ਨੂੰ ਇਨਕਰੀਜ਼ ਰੱਖੋਗੇ, ਹੋਰ ਐਕਸਰਸਾਈਜ਼ ਵਗੈਰਾ ਕਰਦੇ ਰਹੋਗੇ, ਉਹਨੇ ਡਿਜ਼ੀਜ਼ ਤੁਹਾਨੂੰ ਘੱਟ ਰਹਿਣਗੀਆਂ। ਮਤਲਬ ਤੁਹਾਡੀ ਬਾਡੀ ਦੀ ਜਿਹੜੀਆਂ ਸਾਰੀਆਂ ਡਾਇਮੈਂਸ਼ਨ 'ਚ ਇਕੁਇਲਿਬਰੀਅਮ ਦੇ ਵਿੱਚ ਨੇ। ਆਯੁਰਵੇਦ ਵੀ ਇਹਦੇ ਵਿੱਚ ਬਿਲੀਵ ਕਰਦਾ ਹੈ, ਹੋਰ ਮੈਡੀਕਲ ਸਾਇੰਸਿਸ ਨੇ, ਜਿਹੜਾ ਐਲੋਪੈਥੀ ਸਿਸਟਮ ਹੈ, ਹੋਮੋਪੈਥੀ ਸਿਸਟਮ, ਸਾਰੀਆਂ ਚੀਜ਼ਾਂ ਇਸ ਚੀਜ਼ ਦੇ ਵਿੱਚ ਹੀ ਬਿਲੀਵ ਕਰਦੇ ਨੇ, ਠੀਕ ਹੈ। ਸੋ ਕੁਛ ਇੱਕ ਕੰਸੈਪਟ ਸੀਗੇ ਹੈਲਥ ਦੇ, ਉਸ ਤੋਂ ਬਾਅਦ ਜਿਹੜੇ ਹੈਗੇ ਕੁਛ ਕੰਸੈਪਟਸ ਨੇ। ਸੋ ਇਹਦੇ ਵਿੱਚ ਇੱਕ ਚੀਜ਼ ਆ ਜਾਂਦੀ ਹੈ ਹੈਲਥ ਦੇ ਜਿਹੜੇ ਕੰਸੈਪਟਸ ਨੇ, ਜਿਵੇਂ ਕਿ ਬਾਇਓਮੈਡੀਕਲ ਕੰਸੈਪਟ ਚੱਲਦਾ ਹੈ, ਠੀਕ ਹੈ। ਜਿਹੜੇ ਪਹਿਲਾਂ ਕੁਛ ਇੱਕ ਮੰਨੇ ਜਾਣ ਵਾਲੇ ਕੰਸੈਪਟ ਸੀਗੇ, ਜਿਵੇਂ ਕਿ ਬਾਇਓਮੈਡੀਕਲ ਕੰਸੈਪਟ ਪਹਿਲਾਂ ਮੰਨਿਆ ਜਾਂਦਾ ਸੀਗਾ, ਜਾਂ ਅੱਜ ਵੀ ਆਪਾਂ ਪੜ੍ਹਦੇ ਹਾਂ
ਹੈਲਥ ਮੀਨਸ ਉਹਦੇ ਵਿੱਚ ਮੰਨਿਆ ਜਾਂਦਾ ਸੀਗਾ ਐਬਸੈਂਸ ਆਫ ਡਿਜ਼ੀਜ਼ ਜਰਮਸ ਆਰ ਸਪੋਜ਼ ਟੂ ਕਾਜ਼ ਡਿਜ਼ੀਜ਼, ਠੀਕ ਹੈ, ਔਨ ਦਾ ਬੇਸਿਸ ਆਫ ਦਾ ਜਰਮ ਥਿਊਰੀ, ਠੀਕ ਹੈ। ਸੋ ਬਾਇਓਮੈਡੀਕਲ ਕੰਸੈਪਟ ਦੇ ਵਿੱਚ ਜਰਮ ਥਿਊਰੀ ਆਪਾਂ ਲੈ ਕੇ ਆਏ। ਪਹਿਲਾਂ ਇਹ ਨਹੀਂ ਪਤਾ ਹੁੰਦਾ ਸੀਗਾ, ਕੁਛ ਥਿਊਰੀਜ਼ ਦੇ ਵਿੱਚ ਇਹ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਵੀ ਡਿਜ਼ੀਜ਼ ਜਿਹੜੀ ਹੈ ਕਿਉਂ ਹੁੰਦੀ ਹੈ। ਫਿਰ ਹੌਲੀ ਹੌਲੀ ਜਿਹੜੀ ਐਪੀਡੈਮੀਓਲੋਜੀ ਹੈ ਉਹਨੇ ਆਪਾਂ ਨੂੰ ਦੱਸਿਆ ਵੀ ਮਾਈਕਰੋ ਆਰਗੈਨਿਜ਼ਮਸ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਨੂੰ ਪਹਿਲਾਂ ਮਾਈਨਿਊਟ ਬੋਡੀਜ਼ ਬੋਲਿਆ ਜਾਂਦਾ ਸੀ, ਅੱਜ ਕੱਲ੍ਹ ਉਹਨਾਂ ਨੂੰ ਮਾਈਕਰੋ ਆਰਗੈਨਿਜ਼ਮਸ ਬੋਲਦੇ ਹਾਂ, ਠੀਕ ਹੈ। ਸੋ ਹੌਲੀ ਹੌਲੀ ਐਪੀਡੈਮੀਓਲੋਜੀ ਐਡਵਾਂਸ ਹੋਈ ਅਤੇ ਬਾਇਓਮੈਡੀਕਲ ਕੰਸੈਪਟ ਜਿਹੜਾ ਹੈਗਾ ਉਹ ਵੀ ਆ ਗਿਆ, ਠੀਕ ਹੈ। ਸੋ ਜਰਮ ਥਿਊਰੀ ਪਹਿਲਾਂ ਇਹ ਮੰਨਿਆ ਜਾਂਦਾ ਸੀਗਾ ਵੀ ਸਾਰੀਆਂ ਡਿਜ਼ੀਜ਼ ਜਿਹੜੀਆਂ ਨੇ ਜਰਮਸ ਕਰਕੇ ਹੁੰਦੀਆਂ ਨੇ, ਮਾਈਕਰੋ ਆਰਗੈਨਿਜ਼ਮਸ ਕਰਕੇ ਹੁੰਦੀਆਂ ਨੇ, ਬਟ ਬਾਅਦ 'ਚ ਇਸ ਜਿਹੜੀ ਥਿਊਰੀ ਹੈ ਦੀ ਲਿਮਿਟੇਸ਼ਨ ਹੈ, ਕਿਉਂਕਿ ਮੈਂਟਲ ਹੈਲਥ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਉਹ ਇਹਦੇ ਵਿੱਚ ਨਹੀਂ ਆਉਂਦੀਆਂ, ਠੀਕ ਹੈ, ਕਿਉਂਕਿ ਜਿਹੜੀਆਂ ਮੈਂਟਲ ਹੈਲਥ ਪ੍ਰੋਬਲਮਸ ਨੇ ਉਹ ਮਾਈਕਰੋ ਆਰਗੈਨਿਜ਼ਮ ਕਰਕੇ ਨਹੀਂ ਹੁੰਦੀਆਂ। ਹਾਂ, ਏਜੰਟ ਜ਼ਰੂਰ ਹੁੰਦਾ, ਪਰ ਸਾਰੇ ਏਜੰਟਸ ਮਾਈਕਰੋ ਆਰਗੈਨਿਜ਼ਮਸ ਨਹੀਂ ਹੁੰਦੇ। ਸੋ ਏਜੰਟ ਦੀ ਵੀ ਅੱਗੇ ਕਲਾਸੀਫਿਕੇਸ਼ਨ ਹੈ, ਬਟ ਬੇਸਿਕਲੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਬਾਇਓਮੈਡੀਕਲ ਕੰਸੈਪਟ ਦੀ ਜਾਂ ਕੰਸੈਪਟਸ ਆਫ ਹੈਲਥ, ਠੀਕ ਹੈ। ਸੈਕਿੰਡ ਆ ਗਿਆ ਇਕੋਲੋਜੀਕਲ ਕੰਸੈਪਟ। ਸੋ ਜਦੋਂ ਵਰਡ ਆ ਜਾਂਦਾ ਇਕੋਲੋਜੀਕਲ, ਉਹਦਾ ਤਾਂ ਹਮੇਸ਼ਾ ਹੀ ਮੀਨਿੰਗ ਇਹ ਹੁੰਦਾ ਐਨਵਾਇਰਨਮੈਂਟ, ਠੀਕ ਹੈ। ਸੋ ਜਿਹੜੇ ਐਨਵਾਇਰਨਮੈਂਟ ਦੇ ਵਿੱਚ ਤੁਸੀਂ ਰਹਿੰਦੇ ਹੋ ਉਹੀ ਐਨਵਾਇਰਨਮੈਂਟ ਡਿਟਰਮਾਈਨ ਕਰਦਾ ਹੈ ਤੁਹਾਡਾ ਹੈਲਥ ਸਟੇਟਸ, ਠੀਕ ਹੈ, ਕਿ ਤੁਹਾਡਾ ਹੈਲਥ ਸਟੇਟਸ ਆ ਜਿਹੜਾ ਉਹ ਕਿਹੋ ਜਿਹਾ ਰਹੇਗਾ, ਕਿਹੋ ਜਿਹਾ ਨਹੀਂ ਰਹੇਗਾ, ਠੀਕ ਹੈ ਜੀ, ਕਲੀਅਰ ਹੋ ਗਿਆ। ਸੋ ਇਕੋਲੋਜੀਕਲ ਕੰਸੈਪਟ ਹੈ ਜਿਹੜਾ, ਠੀਕ ਹੈ। ਸੋ ਇਹਦੇ ਵਿੱਚ ਜਿਹੜਾ ਹੈਗਾ ਇੱਕ ਕਾਊਂਟ ਕੀਤਾ ਜਾਂਦਾ ਕਿ ਜੇ ਤੁਹਾਡਾ ਐਨਵਾਇਰਨਮੈਂਟ ਜਿਹਦੇ ਵਿੱਚ ਤੁਸੀਂ ਰਹਿੰਦੇ ਹੋ ਉਹ ਸੇਫ ਹੈ, ਕੁਛ ਪੋਲਿਊਸ਼ਨ ਨਹੀਂ ਹੈ, ਜਿਹਦੇ ਵਿੱਚ ਤੁਸੀਂ ਰਹਿ ਰਹੇ ਹੋ ਕੋਈ ਸਮੋਕਰ ਨਹੀਂ ਹੈ, ਉਹਦੇ ਵਿੱਚ ਜਿਹੜਾ TB ਜਾਂ ਹੋਰ ਟਾਈਪ ਦੀਆਂ ਡਿਜ਼ੀਜ਼ਸ ਨੇ ਜਿਹੜੀਆਂ ਮੋਡਸ ਆਫ ਡਾਇਰੈਕਟ ਟਰਾਂਸਮਿਸ਼ਨ ਤੋਂ ਫੈਲ ਸਕਦੀਆਂ, ਜਿਵੇਂ ਅੱਜ ਕੱਲ੍ਹ ਕਰੋਨਾ ਵਾਇਰਸ ਇਨਫੈਕਸ਼ਨ ਚੱਲ ਰਿਹਾ ਹੈ, ਕਰੋਨਾ ਵਾਇਰਸ ਜਾਂ ਕੋਵਿਡ-19 ਜਿਹਨੂੰ ਬੋਲਦੇ ਹਾਂ ਆਪਾਂ, ਠੀਕ ਹੈ। ਸੋ ਜੇ ਉਹ ਐਨਵਾਇਰਨਮੈਂਟ ਦੇ ਵਿੱਚ ਫ੍ਰੀ ਹੈ ਅਤੇ ਉਹਦੇ ਵਿੱਚ ਆਪਾਂ ਬਰੀਥ ਕਰ ਰਹੇ ਹਾਂ, ਰਹਿ ਰਹੇ ਹਾਂ, ਠੀਕ ਹੈ, ਸੋ ਡਿਜ਼ੀਜ਼ਸ ਆਪਾਂ ਨੂੰ ਨਹੀਂ ਹੋਣਗੀਆਂ। ਬਟ ਜੇ ਉਹਦੇ ਵਿੱਚ ਹੀ ਮਾਈਕਰੋ ਆਰਗੈਨਿਜ਼ਮਸ ਅਤੇ ਸਪੋਰਸ ਰਹਿੰਦੇ ਨੇ, ਠੀਕ ਹੈ, ਜਾਂ ਉਹਦੇ ਪਾਰਟੀਕਲਸ ਰਹਿੰਦੇ ਨੇ, ਠੀਕ ਹੈ, ਸੋ ਉਹਦੇ ਵਿੱਚ ਵੀ ਜੇ ਐਨਵਾਇਰਨਮੈਂਟ ਤੁਹਾਡਾ ਸੇਫ ਨਹੀਂ ਹੈ ਤਾਂ ਤੁਹਾਨੂੰ ਬਹੁਤ ਸਾਰੇ ਡਿਜ਼ੀਜ਼ ਹੋ ਸਕਦੇ। ਆਕੂਪੇਸ਼ਨਲ ਡਿਜ਼ੀਜ਼ ਇਹਦੀ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ, ਬਟ ਇਕੋਲੋਜੀਕਲ ਕੰਸੈਪਟ ਵੀ ਸਾਰੇ ਥਾਂ 'ਤੇ ਇੰਪਲੀਮੈਂਟ ਨਹੀਂ ਹੁੰਦਾ, ਇਹ ਯੂਨੀਵਰਸਲ ਨਹੀਂ ਹੈ, ਠੀਕ ਹੈ। ਸੋ ਇਹਦੀ ਵੀ ਲਿਮਿਟੇਸ਼ਨ ਹੈ ਕਿ ਇਹ ਸਿਰਫ ਐਨਵਾਇਰਨਮੈਂਟ ਦੇ ਉੱਪਰ ਬੇਸਡ ਹੈ। ਨੈਕਸਟ ਆ ਗਿਆ ਸਾਈਕੋਸੋਸ਼ਲ ਕੰਸੈਪਟ। ਸੋ ਸਾਈਕੋਸੋਸ਼ਲ ਹੈ, ਇਹਦੇ ਵਿੱਚ ਉਹ ਆ ਜਾਂਦੇ ਨੇ ਜਿਹਦੇ ਵਿੱਚ ਆਪਾਂ ਮੈਂਟਲ ਹੈਲਥ ਪ੍ਰੋਬਲਮਸ ਨੂੰ ਡਿਫਾਈਨ ਕਰ ਸਕਦੇ ਹਾਂ, ਠੀਕ ਹੈ। ਸੋ ਇਹਦੇ ਅਕੋਰਡਿੰਗਲੀ, ਇਸ ਕੰਸੈਪਟ ਦੇ ਅਕੋਰਡਿੰਗਲੀ ਹੈਲਥ ਜਿਹੜੀ ਹੈਗੀ ਹੈ ਸੋਸ਼ਲ ਸਾਈਕੋਲੋਜੀਕਲ ਫੈਕਟਰਸ ਜਿਹੜੇ ਹੈਗੇ ਨੇ, ਸਟ੍ਰੈਸ ਹੈ, ਸੋਸਾਇਟੀ ਦਾ ਜਿਹੜਾ ਸਟ੍ਰੈਸ ਹੈ, ਕਲਚਰ ਹੈ, ਠੀਕ ਹੈ, ਇਕਨੋਮਿਕਲ ਅਤੇ ਪੋਲੀਟੀਕਲ ਫੈਕਟਰਸ ਬਹੁਤ ਸਾਰੇ ਨੇ, ਠੀਕ ਹੈ, ਫੈਮਿਲੀ ਕਨਫਲਿਕਟਸ ਨੇ, ਉਹ ਵੀ ਆਪਣੀ ਜਿਹੜੀ ਬੋਡੀ ਹੈ ਉਹਦੇ ਪਰ ਇਫੈਕਟਸ ਪਾਉਂਦੇ ਨੇ। ਸੋ ਇਹ ਫਿਜ਼ੀਕਲ ਤਾਂ ਨਹੀਂ, ਪਰ ਮੈਂਟਲ ਡਾਇਮੈਂਸ਼ਨ ਨੂੰ ਜਿਹੜਾ ਹੈਗਾ ਜਿਹੜਾ ਇਨਫਲੂਐਂਸ ਕਰਦੇ ਅਤੇ ਅੱਗੇ ਜਾ ਕੇ ਆਪਾਂ ਨੂੰ ਬਹੁਤ ਸਾਰੀਆਂ ਟਾਈਪਸ ਦੀਆਂ ਮੈਂਟਲ ਹੈਲਥ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ ਨੇ, ਠੀਕ ਹੈ। ਸੋ ਸਾਈਕੋਸੋਸ਼ਲ ਕੰਸੈਪਟ ਮੈਂਟਲ ਹੈਲਥ ਵਾਸਤੇ ਹੈ, ਠੀਕ ਹੈ। ਨੈਕਸਟ ਆ ਜਾਂਦਾ ਇੱਕ ਕੰਸੈਪਟ ਹੈ ਜਿਹੜਾ ਬਹੁਤ ਇੰਪੋਰਟੈਂਟ ਹੈ, ਦੈਟ ਇਜ਼ ਹੋਲਿਸਟਿਕ ਕੰਸੈਪਟ। ਇਹਨੂੰ ਆਪਾਂ ਇਹ ਕਹਿੰਦੇ ਹਾਂ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੀ ਕਵਰ ਕਰਦਾ ਹੈ। ਹੋਲਿਸਟਿਕ ਕੰਸੈਪਟ ਹੈ ਐਜ਼ ਅ ਹੋਲ, ਬਹੁਤ ਸਾਰੀ ਡਾਇਮੈਂਸ਼ਨਸ ਨੂੰ ਕਵਰ ਕਰ ਲੈਂਦਾ ਹੈ। ਦਿਸ ਕੰਸੈਪਟ ਇਜ਼ ਅ ਸਿੰਥੇਸਿਸ ਆਫ ਆਲ ਦ ਅਬਵ ਕੰਸੈਪਟਸ, ਆਲ ਸੈਕਟਰਸ ਆਫ ਦ ਸੋਸਾਇਟੀ, ਠੀਕ ਹੈ। ਸੋ ਇਹਦੇ ਵਿੱਚ ਮੰਨਿਆ ਜਾਂਦਾ ਵੀ ਇਹਦੇ ਵਿੱਚ ਸਾਰੀਆਂ ਡਿਜ਼ੀਜ਼ਸ ਕਵਰ ਹੋ ਜਾਂਦੀਆਂ ਨੇ, ਠੀਕ ਹੈ। ਸੋ ਇਹਦੇ ਵਿੱਚ ਇਨਵਾਇਰਨਮੈਂਟ, ਐਜੂਕੇਸ਼ਨ, ਹਾਊਸਿੰਗ, ਕਮਿਊਨੀਕੇਸ਼ਨ, ਜੋ ਵੀ ਚੀਜ਼ਾਂ ਨੇ ਉਹ ਆਪਣੀ ਹੈਲਥ ਨੂੰ ਇਫੈਕਟ ਕਰਦੀਆਂ ਨੇ। ਇਨਵਾਇਰਨਮੈਂਟ ਵੀ ਆ ਜਾਂਦਾ ਇਹਦੇ ਵਿੱਚ, ਫਿਜ਼ੀਕਲ, ਮੈਂਟਲ, ਸੋਸ਼ਲ, ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ, ਠੀਕ ਹੈ। ਸੋ ਇੱਕ ਇਹ ਕੰਸੈਪਟ ਹੈ ਜਿਹੜਾ ਯੂਨੀਵਰਸਲੀ ਸਾਰੀਆਂ ਚੀਜ਼ਾਂ ਦੇ ਇੰਪਲੀਮੈਂਟ ਹੋ ਜਾਂਦਾ ਹੈ, ਠੀਕ ਹੈ, ਅਤੇ ਅੱਗੇ ਸਾਰੀਆਂ ਡਿਜ਼ੀਜ਼ਸ ਨੂੰ ਡਿਫਾਈਨ ਕਰਦਾ ਹੈ। ਇਹਦੇ ਵਿੱਚ ਇਨਵਾਇਰਨਮੈਂਟ, ਮਾਈਕਰੋ ਆਰਗੈਨਿਜ਼ਮਸ, ਏਜੰਟ ਅਲੱਗ-ਅਲੱਗ ਟਾਈਪ ਦੇ ਜਿਹੜੇ ਮਾਈਕਰੋ ਆਰਗੈਨਿਜ਼ਮਸ ਵੀ ਆ ਜਾਂਦੇ ਉਹ ਸਾਰੇ ਆ ਜਾਂਦੇ, ਠੀਕ ਹੈ। ਸੋ ਇੱਕ ਡਿਜ਼ੀਜ਼ ਦੀ ਡੈਫੀਨੇਸ਼ਨ ਹੈ, ਇੱਕ ਇੰਪੋਰਟੈਂਟ ਡੈਫੀਨੇਸ਼ਨ, ਜਦੋਂ ਵੀ ਬਾਡੀ ਦਾ ਕੋਈ ਆਰਗਨ ਜਾਂ ਆਰਗਨ ਸਿਸਟਮ ਐਫੀਸ਼ੀਐਂਟਲੀ ਜਾਂ ਪ੍ਰੋਪਰਲੀ ਵਰਕ ਨਹੀਂ ਕਰਦਾ, ਸੋ ਤਾਂ ਉਹਨੂੰ ਜਿਹੜਾ ਹੈਗਾ ਬੋਲਦੇ ਹਾਂ ਆਪਾਂ, ਜਿਹੜਾ ਉਸ ਕੰਡੀਸ਼ਨ ਨੂੰ ਆਪਾਂ ਬੋਲਦੇ ਹਾਂ ਡਿਜ਼ੀਜ਼, ਠੀਕ ਹੈ। ਜਾਂ ਤਾਂ ਬਾਡੀ ਦਾ ਇੱਕ ਪਾਰਟ ਜਾਂ ਪੂਰੇ ਦਾ ਪੂਰਾ ਆਰਗਨ ਸਿਸਟਮ ਐਫੀਸ਼ੀਐਂਟਲੀ ਵਰਕ ਨਹੀਂ ਕਰਦਾ, ਜਿਹੜੀ ਟਾਈਪ ਦੇ ਵਿੱਚ ਉਹਨੂੰ ਵਰਕ ਕਰਨਾ ਚਾਹੀਦਾ ਹੈ, ਜੋ ਪ੍ਰੋਪਰਲੀ ਵਰਕ ਨਹੀਂ ਕਰ ਰਿਹਾ, ਦੈਟ ਮੀਨਸ ਬਾਡੀ ਨੂੰ ਡਿਜ਼ੀਜ਼ ਜਿਹੜੀ ਆ ਉਹ ਹੋ ਚੁੱਕੀ, ਠੀਕ ਹੈ। ਸੋ that was a brief introduction about the health and disease. health ਦਾ concept ਕੀ ਹੈ, community ਦਾ concept ਕੀ ਹੈ, community ਦੀ definition ਕੀ ਹੈ, community ਦਾ community health ਕੀ ਹੈ, ਉਹਦੀ definition ਕੀ ਹੈ, community health nursing ਕੀ ਹੈ, ਠੀਕ ਹੈ। ਸੋ ਅੱਗੇ ਆਪਾਂ ਕੀਤੇ ਨੇ concepts of health, ਇਹਦੇ ਬਾਰੇ ਮੈਂ ਤੁਹਾਨੂੰ definitions ਥੋੜ੍ਹੀਆਂ ਜਿਹੀਆਂ ਇਹਨਾਂ ਦਾ explanation ਦਿੱਤੀ ਹੈ, ਜਿਵੇਂ ਕਿ ਬਾਇਓਮੈਡੀਕਲ ਕੰਸੈਪਟ ਬਾਰੇ ਦੱਸਿਆ ਹੈ, ਇਕੋਲੋਜੀਕਲ ਕੰਸੈਪਟ ਬਾਰੇ ਦੱਸਿਆ ਹੈ, ਸਾਈਕੋਸੋਸ਼ਲ ਕੰਸੈਪਟ ਬਾਰੇ, ਹੋਲਿਸਟਿਕ ਕੰਸੈਪਟ ਬਾਰੇ ਦੱਸਿਆ ਹੈ, ਹੈਲਥ ਕੀ ਹੈ, ਉਹਦੀ ਡੈਫੀਨੇਸ਼ਨ ਐਂਡ ਡਿਜ਼ੀਜ਼ ਦੀ ਡੈਫੀਨੇਸ਼ਨ।
ਜੇ ਤੁਹਾਡੇ ਕੋਈ ਕੁਐਸਚਨਸ ਨੇ ਤਾਂ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਆ ਕੇ ਪੁੱਛ ਸਕਦੇ ਹੋ, ਕਿਉਂਕਿ ਇੱਧਰੋਂ ਜਿਹੜਾ ਹੈਗਾ ਤੁਸੀਂ ਆਪਦਾ ਰਿਟਨ ਦੇ ਵਿੱਚ ਮੈਨੂੰ ਦੱਸ ਸਕਦੇ ਹੋ ਵੀ ਇੱਥੇ ਆ ਚੀਜ਼ ਨਹੀਂ ਤੁਹਾਨੂੰ ਪਤਾ ਲੱਗ ਰਹੀ, ਤਾਂ ਉਹਨੂੰ ਮੈਂ ਜਿਹੜਾ ਹੈਗਾ ਰਿਪੀਟ ਵੀ ਕਰ ਸਕਦਾ, ਕੋਈ ਪ੍ਰੋਬਲਮ ਨਹੀਂ। ਠੀਕ ਹੈ, ਸੋ ਨੈਕਸਟ ਇਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਹੋਰ ਕਰਦੇ ਹਾਂ ਐਕਸਪਲੇਨ। ਮੈਂ ਤੁਹਾਨੂੰ ਦੱਸ ਦਿੰਦਾ ਥੋੜ੍ਹਾ ਜਿਹਾ ਜਿਹੜਾ ਨੈਕਸਟ ਟੋਪਿਕ ਹੈ, ਦੈਟ ਇਜ਼ ਥਿਊਰੀਜ਼ ਆਫ ਡਿਜ਼ੀਜ਼ ਕਾਜ਼ੇਸ਼ਨ। ਸੋ ਬੇਸਿਕ ਸਾਇੰਸਿਸ ਨੇ, ਇਹ ਆਪਾਂ ਜਦੋਂ ਕਮਿਊਨਿਟੀ ਹੈਲਥ ਨਰਸਿੰਗ ਪੜ੍ਹਦੇ ਹਾਂ ਤਾਂ ਫਸਟ ਯੂਨਿਟਸ ਦੇ ਵਿੱਚ ਹਰ ਇੱਕ ਕੋਰਸ ਦੇ ਵਿੱਚ ਆ ਜਾਂਦੇ ਨੇ, ਇੱਧਰ ਉਹ ANM ਹੈ, GNM ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਥਿਊਰੀਜ਼ ਦੀਆਂ ਡਿਜ਼ੀਜ਼ ਕਾਜ਼ੇਸ਼ਨ ਦੀਆਂ ਉਹ ਆ ਜਾਂਦੀਆਂ ਨੇ। ਥਿਊਰੀਜ਼ ਹੈਗੀਆਂ ਕਿ ਨੇ ਡਿਜ਼ੀਜ਼ ਕਾਜ਼ੇਸ਼ਨ ਦੀਆਂ, ਇਹ ਕਨਸੈਪਟਸ ਤੁਸੀਂ ਕਹਿ ਸਕਦੇ ਹੋ ਵੀ ਆਪਾਂ ਪਹਿਲਾਂ ਕਿਸ ਤਰੀਕੇ ਨਾਲ ਡਿਜ਼ੀਜ਼ ਨੂੰ ਸਮਝਦੇ ਸੀਗੇ, ਪੁਰਾਣੇ ਟਾਈਮ ਦੇ ਵਿੱਚ ਵੀ ਡਿਜ਼ੀਜ਼ ਕਿਸ ਤਰੀਕੇ ਨਾਲ ਹੁੰਦੀ ਹੈ। ਠੀਕ ਹੈ, ਫਿਰ ਮਾਡਰਨ ਟਾਈਮ ਤੱਕ ਆਉਂਦੇ ਆਉਂਦੇ ਆਪਾਂ ਨੂੰ ਕਿਵੇਂ ਪਤਾ ਲੱਗਿਆ ਵੀ ਡਿਜ਼ੀਜ਼ਸ ਕਿਸ ਤਰੀਕੇ ਨਾਲ। ਅੱਜ ਤੁਸੀਂ ਬੁੱਕਸ ਦੇ ਵਿੱਚ ਪੜ੍ਹਦੇ ਹੋ, ਠੀਕ ਹੈ, ਕਿ ਬਹੁਤ ਸਾਰੀਆਂ ਡਿਜ਼ੀਜ਼ਸ ਜਿਹੜੀਆਂ ਹੈਗੀਆਂ ਨੇ, ਠੀਕ ਹੈ, ਸੋ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਆਪਾਂ ਨੂੰ ਬੁੱਕਸ ਦੇ ਵਿੱਚ ਸਭ ਕੁਝ ਲਿਖਿਆ ਹੈ, ਟਿਊਬਰਕਲੋਸਿਸ ਕਿਸ ਤਰੀਕੇ ਨਾਲ ਹੁੰਦੀ ਹੈ, ਕੈਂਸਰ ਕਿਸ ਤਰੀਕੇ ਨਾਲ ਹੁੰਦਾ, ਈਵਨ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਹੈ। ਹੁਣ ਆਪਾਂ ਨੂੰ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਜਿਹੜੀ ਹੈਗੀ ਹੈ ਵੱਧ ਗਈ ਹੈ, ਪਹਿਲਾਂ ਆਪਾਂ ਨੂੰ ਨਹੀਂ ਪਤਾ ਸੀ ਜਦੋਂ ਨਵੀਂ ਆਈ ਸੀ ਵੀ ਉਹ ਜਿਹੜਾ ਡਿਜ਼ੀਜ਼ ਕਿਸ ਤਰੀਕੇ ਨਾਲ ਹੁੰਦੀ ਹੈ। ਠੀਕ ਹੈ, ਸੋ ਇਹ ਸਾਰੀ ਜਿਹੜੀ ਕਨਸੈਪਟਸ ਨੇ ਜਾਂ ਥਿਊਰੀਜ਼ ਨੇ, ਇਹਨਾਂ ਨੇ ਇਹ ਸ਼ੁਰੂ ਤੋਂ ਚੱਲੀਆਂ ਨੇ, ਜਦੋਂ ਤੋਂ ਕਾਫੀ ਟਾਈਮ ਪੁਰਾਣੀਆਂ ਨੇ। ਠੀਕ ਹੈ, ਹਿਪੋਕਰੇਟਸ ਦੇ ਟਾਈਮ ਤੋਂ ਚੱਲਦੀਆਂ ਆ ਰਹੀਆਂ ਨੇ, ਉਸ ਤੋਂ ਪਹਿਲਾਂ ਚੱਲਦੀਆਂ ਆ ਰਹੀਆਂ ਨੇ। ਕੋਈ ਪਰਸਨ ਜਾਂ ਕੋਈ ਰਿਸਰਚਰਸ ਨੇ ਕੁਝ ਬਿਲੀਵ ਕੀਤਾ ਵੀ ਡਿਜ਼ੀਜ਼ ਆ ਹੈ, ਠੀਕ ਹੈ, ਕੁਛ ਨੇ ਫਿਰ ਕਿਹਾ ਵੀ ਆ ਹੈ। ਐਪੀਡੈਮੋਲੋਜੀ ਫਿਰ ਆ ਗਈ, ਐਪੀਡੈਮੋਲੋਜੀ ਨੇ ਅਲੱਗ-ਅਲੱਗ ਤਰੀਕੇ ਨਾਲ ਅੱਜ ਆਪਾਂ ਨੂੰ ਆ ਕੇ ਦੱਸਿਆ ਡਿਜ਼ੀਜ਼ ਐਕਚੁਅਲ ਦੇ ਵਿੱਚ ਇਸ ਤਰੀਕੇ ਨਾਲ ਹੁੰਦੀਆਂ। ਅੱਜ ਆਪਾਂ ਬੁੱਕਸ ਦੇ ਵਿੱਚ ਪੜ੍ਹਦੇ ਹਾਂ, ਉਹਦੇ ਵਿੱਚ ਉਹਦਾ ਕਾਜ਼ ਲਿਖਿਆ ਹੁੰਦਾ, ਇਨਕਿਊਬੇਸ਼ਨ ਪੀਰੀਅਡ ਲਿਖਿਆ ਹੁੰਦਾ, ਸਾਈਨ ਐਂਡ ਸਿੰਪਟਮਸ ਲਿਖੇ ਹੁੰਦੇ ਨੇ, ਪ੍ਰੀਵੈਂਸ਼ਨ, ਮੈਨੇਜਮੈਂਟ, ਟ੍ਰੀਟਮੈਂਟ, ਆ ਸਾਰੀਆਂ ਚੀਜ਼ਾਂ ਲਿਖੀਆਂ। ਬਟ ਉਹ ਪਤਾ ਕਿਵੇਂ ਲੱਗਿਆ, ਉਹ ਹੌਲੀ ਹੌਲੀ ਆਪਾਂ ਆਪਦੇ ਕੰਸੈਪਟ ਨੂੰ ਚੇਂਜ ਕੀਤਾ। ਕੰਸੈਪਟ ਜਿਹੜੇ ਥਿਊਰੀਜ਼ ਦੇ ਕਰਕੇ ਚੇਂਜ ਹੋਏ ਨੇ, ਤੇ ਉਹ ਆਪਾਂ ਨੂੰ ਪਤਾ ਲੱਗਿਆ। ਸੋ ਕੰਸੈਪਟ ਦੇ ਵਿੱਚ ਜਾਂ ਥਿਊਰੀਜ਼ ਦੇ ਵਿੱਚ ਫਸਟ ਚੀਜ਼ ਆ ਜਾਂਦੀ ਹੈ ਜਰਮ ਥਿਊਰੀ। ਸੋ ਜਰਮ ਥਿਊਰੀ ਜਿਹੜੀ ਹੈਗੀ ਹੈ ਬਹੁਤ ਇੱਕ ਇੰਪੋਰਟੈਂਟ ਥਿਊਰੀ ਕਾਊਂਟ ਕੀਤੀ ਜਾਂਦੀ ਹੈ। ਠੀਕ ਹੈ, ਕਿਉਂਕਿ ਇਹ ਥਿਊਰੀ ਨੇ ਬਿਲੀਵ ਕੀਤਾ ਕਿ ਕੋਈ ਇੱਕ ਏਜੰਟ ਹੁੰਦਾ ਹੈ, ਕੋਈ ਮਾਈਕਰੋ ਆਰਗੈਨਿਜ਼ਮ, ਕੋਈ ਜਰਮ ਆਪਾਂ ਕਾਊਂਟ ਕਰਦੇ ਹਾਂ। ਠੀਕ ਹੈ, ਇਹ ਹੁੰਦਾ ਹੈ। ਠੀਕ ਹੈ, ਸੋ ਜਿਹਦੇ ਨਾਲ ਕੀ ਹੈ, ਜਰਮ ਜਿਹੜੇ ਹੈਗੇ ਬਾਡੀ ਦੇ ਵਿੱਚ ਐਂਟਰ ਕਰਦੇ ਆ ਅਤੇ ਉਹ ਡਿਜ਼ੀਜ਼ ਕਾਜ਼ ਕਰਦੇ ਆ। ਠੀਕ ਹੈ, ਜਰਮ ਥਿਊਰੀ ਦਾ ਜਿਹੜਾ ਹੈਗਾ ਇਹ ਮੰਨਣਾ ਸੀਗਾ। ਇਸ ਥਿਊਰੀ ਨੇ ਐਕਸਪਲੇਨ ਕੀਤਾ ਇਨਫੈਕਸ਼ੀਅਸ ਕਮਿਊਨੀਕੇਬਲ ਡਿਜ਼ੀਜ਼ਸ, ਜਿੰਨੀਆਂ ਵੀ ਇਨਫੈਕਸ਼ੀਅਸ ਡਿਜ਼ੀਜ਼ਸ ਹੁੰਦੀਆਂ ਨੇ, ਕਿਸੇ ਨਾ ਕਿਸੇ ਟਾਈਪ ਦੀਆਂ ਜਿਹੜੀਆਂ ਡਿਜ਼ੀਜ਼ ਹੈ, ਠੀਕ ਹੈ, ਕੋਈ ਡਿਜ਼ੀਜ਼ ਹੈ, ਠੀਕ ਹੈ, ਸੋ ਉਹ ਜਿਹੜੀਆਂ ਹੈਗੀਆਂ ਅੱਗੇ ਕਿਸੇ ਨਾ ਕਿਸੇ ਟਾਈਪ ਦੇ ਏਜੰਟ ਕਰਕੇ ਹੁੰਦੀਆਂ, ਜਿਹਦੇ ਵਿੱਚ ਸਪੈਸ਼ਲੀ ਜਿਹੜਾ ਮਾਈਕਰੋ ਆਰਗੈਨਿਜ਼ਮ ਹੈ, ਸਟੇਫਾਈਲੋਕੋਕਸ ਹੈ, ਸਟ੍ਰੈਪਟੋਕੋਕਸ ਹੈ, ਠੀਕ ਹੈ, ਐਂਡ ਮਾਈਕੋਬੈਕਟੀਰੀਅਮ ਹੈ, ਕੋਈ ਵੀ ਕਿਸੇ ਟਾਈਮ ਦਾ ਬੈਕਟੀਰੀਆ ਵਾਇਰਸ ਹੈ, ਸੋ ਉਹਦੇ ਕਰਕੇ ਡਿਜ਼ੀਜ਼ਸ ਹੁੰਦੀਆਂ। ਦੈਟ ਮੀਨਸ ਜਰਮ ਥਿਊਰੀ ਐਕਸਪਲੇਨ ਕਰ ਪਾਈ ਇਨਫੈਕਸ਼ੀਅਸ ਕਮਿਊਨੀਕੇਬਲ ਡਿਜ਼ੀਜ਼ਸ ਕਿਉਂ ਹੁੰਦੀਆਂ। ਠੀਕ ਹੈ, ਸੋ ਜਰਮ ਥਿਊਰੀ ਸੀਗੀ ਜਿਹੜੀ ਉਹ ਲਿਮਿਟਿਡ ਸੀਗੀ ਵੀ ਉਹਨਾਂ ਡਿਜ਼ੀਜ਼ਸ ਤੱਕ ਜਿਹੜੀ ਇਨਫੈਕਸ਼ੀਅਸ ਸੀਗੀਆਂ। ਠੀਕ ਹੈ, ਕਿਉਂਕਿ ਜਰਮ ਥਿਊਰੀ ਜਿਹੜੀ ਹੈਗੀ ਸੀ ਅੱਗੇ ਜਾ ਕੇ ਨਾਨ ਇਨਫੈਕਸ਼ੀਅਸ ਐਂਡ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਨੂੰ ਡਿਫਾਈਨ ਨਹੀਂ ਕਰ ਪਾਈ। ਠੀਕ ਹੈ, ਨੈਕਸਟ ਇਜ਼ ਥਿਊਰੀ ਆਫ ਐਪੀਡੈਮੋਲੋਜੀਕਲ ਟ੍ਰਾਇੰਗਲ। ਇਹ ਬਹੁਤ ਇੰਪੋਰਟੈਂਟ ਇੱਕ ਪੁਆਇੰਟ ਹੈ। ਐਪੀਡੈਮੋਲੋਜੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਏਜੰਟ, ਹੋਸਟ ਐਂਡ ਐਨਵਾਇਰਨਮੈਂਟ। ਇਹਨੂੰ ਐਪੀਡੈਮੋਲੋਜੀਕਲ ਟ੍ਰਾਇਡ ਬੋਲਦੇ ਹੈ। ਟ੍ਰਾਇਡ ਮੀਨਸ ਹੁੰਦਾ 3 ਪਾਰਟਸ, ਏਜੰਟ, ਹੋਸਟ ਐਂਡ ਐਨਵਾਇਰਨਮੈਂਟ। 3 ਚੀਜ਼ਾਂ ਇਹਦੀਆਂ ਨੇ ਕਿਸੇ ਵੀ ਡਿਜ਼ੀਜ਼ ਨੂੰ ਹੋਣ ਵਾਸਤੇ ਜ਼ਰੂਰੀ ਹੁੰਦੀਆਂ ਨੇ। ਠੀਕ ਹੈ ਜੀ, ਸੋ 3 ਚੀਜ਼ਾਂ ਨੇ ਜਿਹਦੇ ਵਿੱਚ ਫਸਟ ਹੁੰਦਾ ਏਜੰਟ, ਸੈਕਿੰਡ ਇਜ਼ ਦਾ ਹੋਸਟ ਐਂਡ ਥਰਡ ਇਜ਼ ਦਾ ਐਨਵਾਇਰਨਮੈਂਟ। ਏਜੰਟ, ਹੋਸਟ, ਐਨਵਾਇਰਨਮੈਂਟ ਕਹਿ ਸਕਦੇ ਹੋ, ਏਜੰਟ, ਐਨਵਾਇਰਨਮੈਂਟ ਐਂਡ ਹੋਸਟ ਕਹਿ ਸਕਦੇ ਹੋ, ਜੇ ਮਰਜ਼ੀ। ਬਟ ਕਿਸੇ ਵੀ ਡਿਜ਼ੀਜ਼ ਨੇ ਜੇ ਐਕਟ ਕਰਨਾ ਹੈ ਕਿਸੇ ਇੰਡੀਵਿਜੂਅਲ 'ਤੇ, ਮੇਨਲੀ ਹੋਸਟ ਜਿਹੜਾ ਹਿਊਮਨ ਬਾਡੀ ਹੁੰਦੀ ਹੈ, ਕਿਉਂਕਿ ਆਪਾਂ ਹਿਊਮਨ ਸਾਇੰਸਿਸ ਪੜ੍ਹ ਰਹੇ ਹਾਂ। ਜੇ ਆਪਾਂ ਐਨੀਮਲ ਸਾਇੰਸਿਸ ਪੜ੍ਹ ਰਹੇ ਹੁੰਦੇ ਤਾਂ ਉਹਦੇ ਵਿੱਚ ਅੱਗੇ ਡਿਜ਼ੀਜ਼ਸ ਆਪਾਂ ਐਨੀਮਲ ਉੱਤੇ ਵਿੱਚ ਹੋਸਟ ਹੋ ਜਾਣਾ ਸੀਗਾ। ਹੋਸਟ ਉਹ ਪਰਸਨ ਹੈ ਜਿਹਨੂੰ ਡਿਜ਼ੀਜ਼ ਹੁੰਦੀ ਹੈ। ਪਰਸਨ ਆਪਾਂ ਇਨ ਦਾ ਸੈਂਸ ਹਿਊਮਨ ਸਾਇੰਸਿਸ ਪੜ੍ਹ ਰਹੇ ਇਸ ਕਰਕੇ ਹਿਊਮਨ ਕਵਾਂਗੇ, ਜੇ ਐਨੀਮਲ ਸਾਇੰਸਿਸ ਪੜ੍ਹਦੇ ਤਾਂ ਐਨੀਮਲ ਹੋਸਟ ਹੁੰਦਾ। ਏਜੰਟ ਅਤੇ ਐਨਵਾਇਰਨਮੈਂਟ ਹਮੇਸ਼ਾ ਉਹੀ ਰਹਿੰਦੇ ਨੇ। ਏਜੰਟ ਹੁਣ ਹਮੇਸ਼ਾ ਇੱਕ ਵਾਰੀ ਮੈਂ ਤੁਹਾਨੂੰ ਦੱਸ ਦਿੰਦਾ, ਸਟੂਡੈਂਟਸ ਨੂੰ ਹਮੇਸ਼ਾ ਕਨਫਿਊਜ਼ਨ ਰਹਿੰਦੀ ਹੈ। ਇੱਕ ਪੁਆਇੰਟ ਹਮੇਸ਼ਾ ਨੋਟ ਕਰਕੇ ਰੱਖੋ ਕਿ ਏਜੰਟ ਜਿਹੜਾ ਹੁੰਦਾ ਹੈ ਉਹ ਸਿਰਫ ਅਤੇ ਸਿਰਫ ਮਾਈਕਰੋ ਆਰਗੈਨਿਜ਼ਮ ਨਹੀਂ ਹੁੰਦਾ। ਮਾਈਕਰੋ ਆਰਗੈਨਿਜ਼ਮ ਹੋ ਸਕਦਾ ਹੈ, ਬਟ ਏਜੰਟ ਉਹ ਵੀ ਹੁੰਦੇ ਨੇ ਬਾਡੀ ਦੇ ਕੈਮੀਕਲਸ, ਜਿਨ੍ਹਾਂ ਨੂੰ ਇੰਟਰਨਲ ਆਪਾਂ ਕਾਊਂਟ ਕਰ ਲੈਂਦੇ ਹਾਂ। ਐਕਸਟਰਨਲ ਕੈਮੀਕਲਸ ਹੋ ਸਕਦੇ ਨੇ, ਠੀਕ ਹੈ, ਕੋਈ ਫਿਜ਼ੀਕਲ ਫੈਕਟਰ ਹੋ ਸਕਦਾ ਹੈ, ਫ੍ਰਿਕਸ਼ਨ ਹੋ ਸਕਦੀ ਹੈ। ਏਜੰਟ ਮਤਲਬ ਕੋਈ ਵੀ ਅਜਿਹੀ ਚੀਜ਼, ਰੈਦਰ ਇਟ ਇਜ਼ ਅ ਲਿਵਿੰਗ ਔਰ ਨਾਨ ਲਿਵਿੰਗ, ਟੈਂਜੀਬਲ ਔਰ ਨਾਨ ਟੈਂਜੀਬਲ। ਠੀਕ ਹੈ, ਸੋ ਉਹ ਅਜਿਹੀ ਕੋਈ ਵੀ ਥਿੰਗ ਬੋਲ ਦਿੰਦੇ ਆ ਜਿਹਨੂੰ, ਠੀਕ ਹੈ, ਬਾਡੀ 'ਤੇ ਐਕਟ ਕਰੇ ਅਤੇ ਬਾਡੀ ਨੂੰ ਡਿਜ਼ੀਜ਼ ਕਾਜ਼ ਕਰਦੇ, ਉਹਨੂੰ ਬੋਲਦੇ ਆ ਏਜੰਟ। ਠੀਕ ਹੈ,
ਸੋ ਉਹ ਹੁੰਦਾ ਏਜੰਟ, ਉਹਦੀ ਜਾਂ ਤੇ ਰਿਲੇਟਿਵ ਪ੍ਰੈਜ਼ੈਂਸ ਕਰਕੇ ਡਿਜ਼ੀਜ਼ ਹੁੰਦੀ ਹੈ ਜਾਂ ਰਿਲੇਟਿਵ ਐਬਸੈਂਸ ਕਰਕੇ। ਹੁਣ ਬੜੇ ਸਾਰੇ ਸਟੂਡੈਂਟਸ ਕਨਫਿਊਜ਼ ਇਹ 'ਚ ਹੋ ਜਾਂਦੇ ਆ ਵੀ ਜੇ ਏਜੰਟ ਪ੍ਰੈਜ਼ੈਂਟ ਹੀ ਨਹੀਂ ਹੈ ਤੇ ਬੋਡੀ ਨੂੰ ਅੱਗੇ ਡਿਜ਼ੀਜ਼ ਕਿਵੇਂ ਹੋਊਗੀ। ਇਹਦੀ ਮੈਂ ਐਗਜ਼ਾਮਪਲ ਬੜੀ ਵਧੀਆ ਦੇ ਦਿੰਦਾ ਹੁੰਦਾ, ਡਾਇਬਟੀਜ਼ ਮਲਾਈਟਿਸ ਜਿਹੜੀ ਹੈ। ਸੋ ਇੱਕ ਬਹੁਤ ਇਹਦੀ ਪੋਪੂਲਰ ਐਗਜ਼ਾਮਪਲ ਹੈ, ਮੰਨ ਲਓ ਇਨਸੂਲਿਨ ਦੀ ਜੇ ਘਾਟ ਹੋ ਜਾਂਦੀ ਹੈ, ਠੀਕ ਹੈ, ਜਾਂ ਤਾਂ ਉਹ ਬਿਲਕੁਲ ਬਣਨਾ ਬੰਦ ਹੋ ਜੇ ਜਾਂ ਫਿਰ ਉਹਦੀ ਘਾਟ ਹੋ ਜੇ, ਜਿਹਦੇ ਕਰਕੇ ਗਲੂਕੋਜ਼ ਲੈਵਲ ਹੈ ਬੋਡੀ ਦਾ ਉਹ ਰੇਸ ਕਰ ਜਾਂਦਾ ਹੈ। ਸੋ ਉਹਦੇ ਕਰਕੇ ਆਪਾਂ ਡਾਇਬਟੀਜ਼ ਹੁੰਦੀ ਹੈ। ਦੈਟ ਮੀਨਸ ਜੇ ਆਪਾਂ ਇਨਸੂਲਿਨ ਨੂੰ ਕਾਊਂਟ ਕਰੀਏ ਵੀ ਇਹਦੇ ਵਿੱਚ ਏਜੰਟ ਹੈ ਤੇ ਉਹਦੀ ਘਾਟ ਕਰਕੇ ਜਾਂ ਉਹਦੀ ਨਾ ਹੋਣ ਕਰਕੇ ਹੀ ਬੋਡੀ ਨੂੰ ਡਿਜ਼ੀਜ਼ ਹੋਈ, ਤੇ ਉਹੀ ਗੱਲ ਹੈ ਉਹ ਏਜੰਟ ਦੇ ਤੌਰ ਤੇ ਐਕਟ ਕਰਦਾ ਹੈ, ਠੀਕ ਹੈ। ਜੇ ਆਪਾਂ ਗੱਲ ਕਰੀਏ ਉਹਦੀ ਰਿਲੇਟਿਵ ਪ੍ਰੈਜ਼ੈਂਸ ਕਰਕੇ, ਜਿਹੜਾ ਮਲੇਰੀਆ ਹੈ ਉਹਦਾ ਪੈਰਾਸਾਈਟ ਜੇ ਬੋਡੀ ਦੇ ਵਿੱਚ ਪ੍ਰੈਜ਼ੈਂਟ ਹੋਏਗਾ, ਐਕਸੈਸ ਦੇ ਵਿੱਚ ਪ੍ਰੈਜ਼ੈਂਟ ਹੋਏਗਾ ਤਾਂ ਹੀ ਆਪਦੇ ਸਾਈਨ ਐਂਡ ਸਿੰਪਟਮ ਸ਼ੋ ਕਰ ਸਕਦਾ ਹੈ, ਠੀਕ ਹੈ। ਤੇ ਜੇ ਉਹ ਐਬਸੈਂਟ ਹੋਏਗਾ ਤਾਂ ਮਲੇਰੀਆ ਨਹੀਂ ਹੋਏਗਾ। ਇਹ ਡਿਪੈਂਡ ਕਰਦਾ ਕਿਹੜੇ ਟਾਈਪ ਦੀ ਡਿਜ਼ੀਜ਼ ਹੈ, ਤੇ ਫਿਰ ਡਿਪੈਂਡ ਕਰਦਾ ਵੀ ਏਜੰਟ ਉਹਦੇ ਵਿੱਚ ਪ੍ਰੈਜ਼ੈਂਸ ਹੋਣ ਕਰਕੇ ਡਿਜ਼ੀਜ਼ ਹੋਏਗੀ ਜਾਂ ਐਬਸੈਂਸ ਹੋਣ ਕਰਕੇ, ਠੀਕ ਹੈ। ਸੋ ਬੇਸਿਕਲੀ ਬੋਡੀ ਦੇ ਵਿੱਚ ਜਿੰਨੇ ਕੈਮੀਕਲਸ ਨੇ ਜਾਂ ਤੇ ਉਹਨਾਂ ਦੀ ਜਿਹੜੀ ਅਮਾਊਂਟ ਹੈ ਬੋਡੀ ਦੇ ਵਿੱਚ ਵੱਧ ਜਾਂਦੀ ਹੈ ਤਾਂ ਡਿਜ਼ੀਜ਼ ਹੁੰਦੀ ਹੈ, ਜਾਂ ਉਹ ਘੱਟ ਜਾਂਦੇ ਨੇ, ਠੀਕ ਹੈ। ਜੌਂਡਿਸ ਦੇ ਵਿੱਚ ਵੱਧ ਜਾਂਦੀ ਹੈ ਕੈਮੀਕਲ ਜਿਹੜਾ ਹੈਗਾ ਉਹਦੀ ਜਿਹੜਾ ਹੈਗਾ ਕੰਸਨਟ੍ਰੇਸ਼ਨ ਹੈ ਬੋਡੀ ਦੇ ਵਿੱਚ ਅਮਾਊਂਟ ਹੈ ਵੱਧ ਜਾਂਦੀ ਹੈ ਥੋੜ੍ਹਾ ਜਿਹਾ, ਠੀਕ ਹੈ। ਸੋ ਇਸ ਤਰੀਕੇ ਨਾਲ ਅਲੱਗ-ਅਲੱਗ ਜਿਹੜੀਆਂ ਚੀਜ਼ਾਂ। ਨੈਕਸਟ ਆ ਗਿਆ ਇਨਵਾਇਰਮੈਂਟ। ਇਨਵਾਇਰਮੈਂਟ ਕੀ ਹੈ? ਇੰਟਰਨਲ ਇਨਵਾਇਰਮੈਂਟ ਹੋ ਸਕਦਾ ਹੈ, ਐਕਸਟਰਨਲ ਇਨਵਾਇਰਮੈਂਟ ਹੋ ਸਕਦਾ ਹੈ। ਇੰਟਰਨਲ ਹੁੰਦਾ ਬੋਡੀ ਦੇ ਅੰਦਰ ਦਾ ਇਨਵਾਇਰਮੈਂਟ, ਜਿਹਦੇ ਵਿੱਚ ਕੈਮੀਕਲ ਕੰਸਨਟ੍ਰੇਸ਼ਨਸ ਨੇ, ਉਹਨਾਂ ਦੀ ਜਿਹੜੀ ਅਮਾਊਂਟ ਹੈ ਉਹ ਵੱਧਦੀ ਹੈ ਘੱਟਦੀ ਹੈ ਤਾਂ ਡਿਜ਼ੀਜ਼ ਹੁੰਦੀ ਹੈ। ਐਕਸਟਰਨਲ ਇਨਵਾਇਰਮੈਂਟ ਜਿਹਦੇ ਵਿੱਚ ਆਪਾਂ ਸਾਹ ਲੈਂਦੇ ਹਾਂ, ਠੀਕ ਹੈ। ਜਿਵੇਂ ਅੱਜ ਕੱਲ੍ਹ ਖੇਤਾਂ ਦੇ ਵਿੱਚ ਪੈਸਟੀਸਾਈਡ ਸਪਰੇਅ ਕੀਤੇ ਜਾਂਦੇ ਨੇ, ਉਹ ਆਪਾਂ ਜਾਂਦੇ ਹਾਂ ਅੱਗੇ ਪ੍ਰੋਬਲਮ ਕ੍ਰੀਏਟ ਕਰਦੇ ਹਨ, ਠੀਕ ਹੈ। ਸੋ ਆਪਾਂ ਇਨਹੇਲ ਕਰ ਲੈਂਦੇ ਹਾਂ, ਅੱਗੇ ਜਾ ਕੇ ਆਪਣੇ ਲੰਗਸ ਨੂੰ ਇਫੈਕਟ ਕਰਦੇ ਹੈ, ਡਾਈਜੈਸਟਿਵ ਸਿਸਟਮ ਜਾਂ ਹੋਰ ਅਲੱਗ-ਅਲੱਗ ਬੋਡੀ ਸਿਸਟਮਸ ਨੂੰ ਇਫੈਕਟ ਕਰਦੇ ਹੈ, ਠੀਕ ਹੈ। ਫਾਰਮਰਸ ਨੇ ਉਹਨਾਂ ਦਾ ਉੱਪਰ ਐਕਸਟਰਨਲ ਇਨਵਾਇਰਮੈਂਟ ਬਹੁਤ ਜ਼ਿਆਦਾ ਅਸਰ ਕਰਦਾ ਹੈ, ਠੀਕ ਹੈ। ਸੋ ਉਹਨਾਂ ਨੂੰ ਆਕੂਪੇਸ਼ਨਲ ਡਿਜ਼ੀਜ਼ਸ ਜਾਂ ਹੋਰ ਜਿਹੜੀਆਂ ਡਿਜ਼ੀਜ਼ਸ ਨੇ ਫਾਰਮਰਸ ਲੰਗ ਡਿਜ਼ੀਜ਼ ਕਰਕੇ ਹੋ ਜਾਂਦੀਆਂ ਨੇ, ਅਲੱਗ-ਅਲੱਗ ਡਿਜ਼ੀਜ਼ ਨੇ, ਠੀਕ ਹੈ। ਸੋ ਇਹ ਤਿੰਨ ਜਿਹੜੇ ਕੰਪੋਨੈਂਟਸ ਤੁਸੀਂ ਕਹਿ ਸਕਦੇ ਹੋ ਐਪੀਡੈਮੋਲੋਜੀਕਲ ਟ੍ਰਾਇੰਗਲ ਦੇ ਵਿੱਚ ਜਾਂ ਐਪੀਡੈਮੋਲੋਜੀਕਲ ਟ੍ਰਾਇਡ ਦੇ ਵਿੱਚ, ਇਹ ਇੱਕ ਡਿਜ਼ੀਜ਼ ਨੂੰ ਹੋਣ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਨੇ। ਪਰ ਬਹੁਤ ਜ਼ਿਆਦਾ ਵੀ ਕਿਸ ਤਰੀਕੇ ਨਾਲ? ਏਜੰਟ ਹਮੇਸ਼ਾ ਸਟਰੋਂਗ ਹੋਣਾ ਚਾਹੀਦਾ ਹੈ। ਡਿਜ਼ੀਜ਼ ਉਦੋਂ ਹੀ ਹੋਏਗੀ, ਨੋਟ ਕਰ ਲਓ, ਜਦੋਂ ਏਜੰਟ ਸਟਰੋਂਗ ਹੋਏਗਾ ਜਾਂ ਇਨਵਾਇਰਮੈਂਟ ਸਸੈਪਟੀਬਲ ਹੋਏਗਾ, ਜਿਹੜਾ ਏਜੰਟ ਨੂੰ ਸਾਥ ਦੇਗਾ ਕਿ ਹਾਂਜੀ ਡਿਜ਼ੀਜ਼ ਹੋ ਸਕਦੀ ਹੈ। ਏਜੰਟ ਨੂੰ ਜਦੋਂ ਇਨਵਾਇਰਮੈਂਟ ਉਹ ਮਿਲੇਗਾ ਜਿਸ 'ਚੋਂ ਡਿਵੈਲਪ ਕਰੇ, ਆਪਦੇ ਆਪ ਨੂੰ ਮਲਟੀਪਲਾਈ ਕਰੇ, ਠੀਕ ਹੈ, ਅਤੇ ਅੱਗੇ ਜਾ ਕੇ ਫੂਡ ਲਵੇ, ਤਾਂ ਉਹ ਏਜੰਟ ਜਿਹੜਾ ਸਰਵਾਈਵ ਕਰੇਗਾ ਅਤੇ ਉਹ ਹੋਸਟ ਦੇ ਉੱਪਰ ਅਟੈਕ ਕਰੇਗਾ ਤਾਂ ਡਿਜ਼ੀਜ਼ ਹੋ ਜਾਏਗਾ। ਬਟ ਜੇ ਏਜੰਟ ਜਿਹੜਾ ਹੈਗਾ ਉਹ ਵੀਕ ਹੈ, ਹੋਸਟ ਦੀ ਇਮਿਊਨਿਟੀ ਸਟਰੋਂਗ ਹੈ, ਇਨਵਾਇਰਮੈਂਟ ਫੇਵਰੇਬਲ ਹੈ, ਤਾਂ ਵੀ ਡਿਜ਼ੀਜ਼ ਨਹੀਂ ਹੋਏਗੀ। ਇੱਕ ਕ੍ਰਾਈਟੀਰੀਆ ਹੁੰਦਾ ਹੈ, ਹਮੇਸ਼ਾ ਨੂੰ ਯਾਦ ਰੱਖਣਾ, ਏਜੰਟ, ਹੋਸਟ ਐਂਡ ਇਨਵਾਇਰਮੈਂਟ, ਠੀਕ ਹੈ ਜੀ। ਇਹ ਹਮੇਸ਼ਾ ਜਿਹੜਾ ਹੈਗਾ ਕ੍ਰਾਈਟੀਰੀਆ ਹੁੰਦਾ ਹੈ, ਠੀਕ ਹੈ। ਇਹਦੇ ਵਿੱਚ ਜਿਹੜਾ ਏਜੰਟ ਸਟਰੋਂਗ ਹੋਣਾ ਚਾਹੀਦਾ, ਇਨਵਾਇਰਮੈਂਟ ਫੇਵਰੇਬਲ ਜਾਂ ਹੋਣਾ ਚਾਹੀਦਾ, ਅਤੇ ਹੋਸਟ ਜਿਹੜਾ ਹੈਗਾ ਉਹ ਸਸੈਪਟੀਬਲ ਹੋਣਾ ਚਾਹੀਦਾ, ਅਦਰਵਾਈਜ਼ ਇੱਕ ਡਿਜ਼ੀਜ਼ ਕਦੀ ਵੀ ਨਹੀਂ ਹੋਏਗੀ, ਠੀਕ ਹੈ। ਸੋ ਇਹ ਇੱਕ ਕ੍ਰਾਈਟੀਰੀਆ ਹੈ ਕਿਸੇ ਵੀ ਡਿਜ਼ੀਜ਼ ਦੇ ਹੋਣ ਦਾ, ਠੀਕ ਹੈ। ਸੋ ਦੈਟ ਵਾਜ਼ ਦਾ ਥਿਊਰੀ ਆਫ ਐਪੀਡੈਮੋਲੋਜੀਕਲ ਟ੍ਰਾਇਡ, ਠੀਕ ਹੈ। ਨੈਕਸਟ ਇੱਕ ਲਾਸਟ ਥਿਊਰੀ ਕਰਦੇ ਹਾਂ, ਫਿਰ ਆਪਾਂ ਅੱਜ ਦਾ ਸੈਸ਼ਨ ਖਤਮ ਕਰਾਂਗੇ। ਮਲਟੀ ਫੈਕਟੋਰੀਅਲ ਥਿਊਰੀ। ਸੋ ਦੇਖੋ, ਜਿੰਨੀਆਂ ਹੁਣ ਤੱਕ ਮੈਂ ਥਿਊਰੀਜ਼ ਐਕਸਪਲੇਨ ਕੀਤੀਆਂ ਉਹਨਾਂ ਦੀ ਕਿਤੇ ਨਾ ਕਿਤੇ ਲਿਮਿਟੇਸ਼ਨ ਸੀਗੀਆਂ। ਸੋ ਜਿਹੜੀ ਮਲਟੀ ਫੈਕਟੋਰੀਅਲ ਕਾਜ਼ੇਸ਼ਨ ਥਿਊਰੀ ਹੈ, ਇਹ ਸਮਝਦੀ ਹੈ ਵੀ ਕਿਸੇ ਵੀ ਡਿਜ਼ੀਜ਼ ਨੂੰ ਹੋਣ ਵਾਸਤੇ, ਕਿਸੇ ਬੋਡੀ ਦੇ ਉੱਪਰ ਕੋਈ ਡਿਜ਼ੀਜ਼ 'ਚ ਇਫੈਕਟ ਕਰਦੀ ਹੈ ਬੋਡੀ ਨੂੰ, ਤਾਂ ਉਹਦੇ ਲਈ ਇੱਕ ਫੈਕਟਰ ਰਿਸਪੌਂਸੀਬਲ ਨਹੀਂ ਹੁੰਦਾ, ਬਹੁਤ ਸਾਰੇ ਫੈਕਟਰਸ ਨੇ, ਦੇਅਰ ਆਰ ਮਲਟੀਪਲ ਫੈਕਟਰਸ, ਠੀਕ ਹੈ ਜੀ। ਸੋ ਜਿਵੇਂ ਹਾਰਟ ਡਿਜ਼ੀਜ਼ਸ ਨੇ, ਹਾਰਟ ਡਿਜ਼ੀਜ਼ ਸਿਰਫ ਹੈਗੀ ਹੈ ਇਹ ਨਹੀਂ ਵੀ ਤੁਹਾਡੀ ਫਿਜ਼ੀਕਲ ਮੋਬਿਲਿਟੀ ਡਿਕਰੀਜ਼ ਹੋਗੀ ਤਾਂ ਤੁਹਾਨੂੰ ਹੋ ਸਕਦੀ ਹੈ ਡਿਜ਼ੀਜ਼, ਹੋ ਸਕਦੀ ਹੈ, ਬਟ ਦੇਅਰ ਆਰ ਅਦਰ ਫੈਕਟਰਸ, ਮਲਟੀਪਲ ਫੈਕਟਰਸ। ਤੁਹਾਡੀ ਡਾਈਟ ਦੇ ਵਿੱਚ ਜਿਹੜਾ ਆਪਾਂ ਅੱਜ ਕੱਲ੍ਹ ਜੰਕ ਫੂਡ ਖਾਂਦੇ ਹਾਂ, ਠੀਕ ਹੈ, ਸੋ ਉਹਦੇ ਵਿੱਚ ਜਿਹੜਾ ਹੈਗਾ ਫੈਟੀ ਸਬਸਟੈਂਸਿਸ ਜ਼ਿਆਦਾ ਨੇ, ਸੋ ਉਹਦੇ ਕਰਕੇ ਜਿਹੜਾ ਹੋ ਸਕਦੀ ਹੈ ਫਿਜ਼ੀਕਲ ਮੋਬਿਲਿਟੀ ਡਿਕਰੀਜ਼ ਹੋਰ ਕਰਕੇ ਹੋ ਸਕਦੀ ਹੈ, ਓਬੀਸ ਹੋਣ ਕਰਕੇ ਹੋ ਸਕਦੀ ਹੈ। ਸੋ ਦੇਅਰ ਆਰ multiple factors, not a single factor that is affecting or causing a single disease. Cardiovascular disease ਦੇ multiple factors ਹੋ ਸਕਦੇ ਹੈ, ਕੈਂਸਰ ਉਹਦੇ multiple factors ਹੋ ਸਕਦੇ ਨੇ, ਠੀਕ ਹੈ। ਸੋ ਕੁਝ ਇੱਕ ਅਜਿਹੀਆਂ ਡਿਜ਼ੀਜ਼ਸ ਸੀਗੀਆਂ ਜਿਨ੍ਹਾਂ ਨੂੰ ਆਪਾਂ ਐਕਸਪਲੇਨ ਨਹੀਂ ਕਰ ਪਾ ਰਹੇ ਸੀਗੇ, ਸੋ ਉਹਦੇ ਵਿੱਚ ਮਲਟੀ ਫੈਕਟੋਰੀਅਲ ਕਾਜ਼ੇਸ਼ਨ ਥਿਊਰੀ ਜਿਹੜੀ ਹੈਗੀ ਹੈ ਬਿਲਕੁਲ ਸਹੀ ਰਹਿੰਦੀ ਹੈ ਕਿ ਉਹਦੇ ਵਿੱਚ ਮਲਟੀਪਲ ਫੈਕਟਰਸ ਹੁੰਦੇ ਨੇ, ਠੀਕ ਹੈ, ਜਿਹੜੇ ਡਿਜ਼ੀਜ਼ ਨੂੰ ਕਿ ਕਾਜ਼ ਕਰਦੇ ਹਨ। ਨਾਟ ਅ ਸਿੰਗਲ ਫੈਕਟਰ will lead to or will result in any type of disease. So multifactorial causation theory ਜਿਵੇਂ ਕਿ mental health disorders ਜਿਹੜੇ ਹੈਗੇ ਨੇ, ਠੀਕ ਹੈ, ਸੋ ਉਹਦੇ ਵਿੱਚ ਜਿਹੜਾ ਹੈਗਾ ਮਲਟੀਪਲ ਫੈਕਟਰਸ ਅਸਰ ਕਰਦੇ ਨੇ ਮੈਂਟਲ ਹੈਲਥ ਦੇ ਉੱਪਰ, ਠੀਕ ਹੈ ਜੀ। ਸੋ ਮੈਂਟਲ ਹੈਲਥ ਦੀ ਜਿਹੜੀ ਡਿਜ਼ੀਜ਼ ਆਪਾਂ ਨੂੰ ਪਤਾ ਨਹੀਂ ਹੁੰਦਾ ਕਿਹੜਾ ਕਾਜ਼ ਹੈ, ਸੋ ਉਹਨਾਂ ਨੂੰ ਆਪਾਂ ਬੇਸਿਕਲੀ ਕਾਊਂਟ ਕਰਦੇ ਹਾਂ। ਸਟ੍ਰੈਸ ਜਿਹੜਾ ਹੋ ਸਕਦਾ ਹੈ, ਠੀਕ ਹੈ, ਹੋਰ ਫੈਮਿਲੀ ਦੇ ਕਨਫਲਿਕਟਸ ਹੋ ਸਕਦੇ ਹੈ। ਸੋ ਮੈਂਟਲ ਹੈਲਥ ਦੀ ਜਿਹੜੇ ਪ੍ਰੋਬਲਮਸ ਨੇ ਬਹੁਤ ਜ਼ਿਆਦਾ ਜਿਹੜੇ ਹੈਗੇ ਉਹਦੇ ਵਿੱਚ ਆਪਾਂ ਕਾਊਂਟ ਕਰਦੇ ਹਾਂ ਵੀ ਮਲਟੀਪਲ ਕਾਜ਼ੇਸ਼ਨ
फैक्टर थ्योरी ही एप्लीकेबल होंगी है, क्योंकि फैक्टर्स जोड़े मल्टीपल होंगे। ड्रग एडिक्शन लै लो, एक सोशल इशू है, सो वह कोई एक फैक्टर नहीं होंगे गा, ठीक है, वो भी मल्टीपल फैक्टर है, भावें एक डिजीज़ नहीं आप काउंट करते, एक सोशल इशू है, बट वो भी इंप्लीमेंट हो सकती है। एंड लास्ट एक चीज़ है, थ्योरी है, दैट इज़ वेब ऑफ कॉजेशन, ठीक है। सो मल्टीपल फैक्टोरियल थ्योरी की है, बहुत सारे फैक्टर्स, पर उस तो भी ऊपर एक थ्योरी है, दैट इज़ वेब ऑफ कॉजेशन थ्योरी, जाल, कॉजेस का एक जाल। मतलब यह है भी कई अजिहे डिजीज़ ने जिन्हों के एक भी नहीं, मल्टीपल भी नहीं, बहुत ही सारे फैक्टर्स एक डिजीज़ में रिजल्ट करते हैं। कार्डियोवास्कुलर डिजीज़ की आप एग्जाम्पल लै सकते हैं, ठीक है। सो फिजिकल एक्टिविटी वो भी असर करती है, वो भी एक फैक्टर है कार्डियोवास्कुलर डिजीज़ के विच, ठीक है। ओबीस होना, फैट ज़्यादा लेने हैं, वो भी है, ठीक है। सो अगे एजुकेशन है, इनकम है, ठीक है, सोशल स्टेटस भी डिपेंड करता है, ओवरवेट है, अल्कोहल कंज्यूम करते हैं तो भी जोड़ा है ब्लड प्रैशर, कोलेस्ट्रॉल लैवल इंक्रीज हो जाता। सो एक वैब बन जाता, एक जाल बन जाता। ये मैं वैसे एग्जाम्पल दे रहा हाँ, इन्ने सारे फैक्टर्स ने, ठीक है, उन्होंने आप मल्टी फैक्टर भी नहीं कह सकते, वैब ऑफ कॉजेशन है, वो आपस के एक दूजे नाल जुड़ते। जे परसन की एज ज़्यादा है, ऑर्गन सिस्टम जोड़े वर्क करना आपका डिक्रीज़ कर देंगे हैं, वो भी कोई डिजीज़ हो सकती है, ठीक है। जे एज ज़्यादा है तो उत्तों आप जोड़ा है डाइट भी अपनी वो रखिए जिस फैट इनटेक, कोलेस्ट्रॉल लेवल बहुत ज़्यादा है, तो अपन डिजीज़ हो सकती हैं। दैट मीनस एज सिर्फ जाके डायरैक्टली एक डिजीज़ में इफेक्ट नहीं करती, वो होर बहुत सारे फैक्टर्स में इफेक्ट करती है, तो वो बहुत सारे फैक्टर्स एक आपस के एक दूजे नाल इंटरलेटिड ने, तो अगे जाके डिजीज़ में कॉज करते हैं। सो दैट इज़ द थ्योरी ऑफ वैब कॉजेशन थ्योरी आप बोल दें या, ठीक है, वैब ऑफ कॉजेशन, वैब जोड़ा एक जाल आप कह सकते हैं बनया होंगे भी किसी भी डिजीज़ में होने वास्ते, ठीक है। सो दैट वाज ऑल अबाउट द टूडेज टॉपिक। सो आज जोड़ा है एक्सप्लेन मैं तुहानूं करता बेसिक जी है कम्यूनिटी की, वो डेफिनेशन की है, एंड अगे जोड़ा है कंसैप्ट की है कम्यूनिटी का, कम्यूनिटी हैल्थ की है, कम्यूनिटी हैल्थ नर्सिंग की है, ठीक है। एंड अगे जोड़ा है कम्यूनिटी या कम्यूनिटी हैल्थ मेनटेन करने वास्ते नर्सिंग का की रोल है, ठीक है। सो उस तो बाद जोड़ा कि अपने कंसैप्ट सीगे वो आ जाता है बायोमैडिकल कंसैप्ट, इकोलॉजिकल कंसैप्ट, फिजियोलॉजिकल कंसैप्ट एंड होलिस्टिक कंसैप्ट, ठीक है। सो ये सारे कंसैप्ट आ जाते हैं, मैं तुहानूं एक्सप्लेन किए। सो इन्हां दी लिमिटेशनस भी मैं तुहानूं दस दित्तियां, हैल्थ की है वो डेफिनेशन, डिजीज़ की है वो डेफिनेशन, एंड थ्योरीज किहड़ियां किहड़ियां ने। थ्योरीज मैं तुहानूं एक बार दस दिना, थ्योरीज आप जिहड़ियां कीतियां ने, फस्ट सी जर्म थ्योरी, सैकेंड सी एपिडेमोलॉजिकल ट्रायंगल या एपिडेमोलॉजिकल ट्रायड की थ्योरी, एंड थर्ड सी जिहड़ी दैट वाज मल्टीफैक्टोरियल कॉजेशन थ्योरी, एंड नैक्सट जिहड़ी सी वैब ऑफ कॉजेशन थ्योरी, ठीक है। सो ये थ्योरी सीगियां नाल जिहड़ा बेसिक जिहड़ा है आप कंसैप्ट जिहड़ा रखिया मैं तुहाडे सामने, ठीक है। सो जे तुहानूं फिर भी प्रॉब्लम है, तुसीं ये तुहाडे सामने वीडियो है, इनू दोबारा तुसीं देख सकते हो, मैनू जिहड़ा है कंटैक्ट भी कर सकते हो, ठीक है। सो उहदे नाल जिहड़ा कल आपां सैशन एक फिर स्टार्ट करांगे, उहदे विच डायमैंशनस ऑफ हैल्थ मैं जिहड़ा स्टार्ट करांगा, ठीक है। सो वो कंटिन्यू अगे करके डायमैंशनस बारे दसांगा, उहदे विच मैं फिजिकल, मैंटल, सोशल एंड स्पिरिचुअल वैलबींग सारियां चीज़ां आउणगियां, ठीक है। डायमैंशनस आउणगियां, इंडीकेटर्स ऑफ हैल्थ की ने, ठीक है, ये सारे तुहानूं एक्सप्लेन करांगा अगे। सो अज लई इन्ना ही, थैंक यू वेरी मच। सो जे किसी के क्वेश्चनस ने, कोई होर है, कोई पुछना चाहता, कमेंट सैक्शन दे विच तुसीं पुछ सकदे हो, ठीक है। सो मैं उन्होंने आंसर जिहड़े है तुहानूं दे देंगे। सो जे कोई है क्वेश्चनस तो तुसीं पुछ सकते हो, या जे कुछ चेंजिस तुसीं चाहते हो, जिस तरीके नाल क्लास आपां एक सैमीनार मैं कंडक्ट किया है, सो जे तुसीं उहदे विच कोई चेंजिस चाहते हो तुसीं तां भी दस सकते हो। Okay. Okay, ji. Thank you very much, everyone. Thank you. Okay.